ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਪੰਜਾਬ ਕਾਂਗਰਸ ਦੇ ਦੋ ਸਾਬਕਾ ਵੱਡੇ ਮੰਤਰੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਵੱਡੀ ਖਬਰ ਹੈ। ਕੀ ਉਹ ਖਬਰ ਹੈ, ਕਿਹੜੇ-ਕਿਹੜੇ ਮੰਤਰੀ ਨੇ, ਉਸ ਤੇ ਗੱਲਬਾਤ ਜਿਹੜੀ ਹੈ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਸੁਖਬੀਰ ਬਾਦਲ ਦੀ ਹੁਣ ਪ੍ਰਧਾਨਗੀ ਗਈ ਹੈ ਤੇ ਜੇ ਵਾਕਈ ਹੀ ਸੁਖਬੀਰ ਬਾਦਲ ਦੀ ਪ੍ਰਧਾਨਗੀ ਗਈ ਸਮਝੋ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਚਲੀ ਜਾਵੇਗੀ ਤਾਂ ਕਿਸ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਥਾਪਿਆ ਜਾ ਸਕਦਾ ਹੈ। ਕਿਹੜਾ ਅਕਾਲੀ ਦਲ ਨੂੰ ਹਾਸ਼ੀਏ ਤੇ ਗਏ ਨੂੰ ਅੱਗੇ ਫਰੰਟ ਤੇ ਲਿਆ ਕੇ ਖੜਾ ਕਰ ਸਕਦਾ ਹੈ, ਕੌਣ ਉਹ ਲੀਡਰ ਹੈ, ਉਸ ਤੇ ਗੱਲਬਾਤ ਜਿਹੜੀ ਹੈ ਕਰਾਂਗੇ। ਕਿਸ ਨੂੰ ਪ੍ਰਧਾਨਗੀ ਜਿਹੜੀ ਹੈ ਮਿਲ ਸਕਦੀ ਹੈ। ਨਾਲ ਹੀ ਨਾਲ ਗੱਲਬਾਤ ਕਰਾਂਗੇ, ਮੁੱਕਰ ਗਏ ਸਿਮਰਜੀਤ ਮਾਨ, ਬਦਲ ਗਏ ਸਿਮਰਜੀਤ ਮਾਨ ਜਾਂ ਮੌਕਾ ਪ੍ਰਸਤ ਸਿਮਰਜੀਤ ਸਿੰਘ ਮਾਨ, ਇਸ ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਸਰ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅਣਖੀ ਸਾਹਿਬ, ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਜਿਹੜੀ ਆ ਉਹ ਕਾਂਗਰਸ ਵਾਲੀ ਖਬਰ ਤੋਂ ਕਰ ਲੈਂਦੇ ਆ। ਕਾਂਗਰਸ ਦੇ ਦੋ ਸਾਬਕਾ ਮੰਤਰੀਆਂ ਦੇ ਉੱਪਰ ਕਹਿੰਦੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਸੀ। ਦੋਵੇਂ ਕੋਰਟ ਦੇ ਵਿੱਚ ਭੱਜੇ ਫਿਰਦੇ ਸੀਗੇ, ਡਰਦੇ ਸੀ। ਥੋੜੀ ਜਿਹੀ ਕਹਿੰਦੇ ਰਾਹਤ ਮਿਲੀ ਹੈ ਸੰਗਤ ਸਿੰਘ ਗਿਲਜੀਆਂ ਨੂੰ ਰਾਹਤ ਕੀ ਮਿਲੀ ਹੈ। ਤੇ ਦੂਜੇ ਪਾਸੇ ਭਾਰਤ ਭੂਸ਼ਣ ਆਸ਼ੂ ਨੇ ਆਪਣੀ ਗ੍ਰਿਫਤਾਰੀ ਦੇ ਡਰੋਂ ਜਿਹੜਾ ਕੋਰਟ ਦੇ ਵਿੱਚ ਫੈਸਲਾ ਮਾਫ ਕਰਨਾ ਪਟੀਸ਼ਨ ਪਾਈ ਸੀ, ਉਹਦਾ ਕੀ ਬਣਿਆ ਜੀ, ਉਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿਓ। ਸੁਖਵਿੰਦਰ ਜੀ, ਸੰਗਤ ਸਿੰਘ ਗਿਲਜੀਆਂ ਨੂੰ ਕੱਲ ਕੋਰਟ ਨੇ ਰਾਹਤ ਦਿੱਤੀ ਹੈ, ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਔਰ ਪੰਜਾਬ ਸਰਕਾਰ ਪਾਸੋਂ ਉਹ ਸਾਰਾ ਕੁਝ ਮੰਗਿਆ ਕਿ ਜਿਸ ਆਧਾਰ ਤੇ ਉਹਨਾਂ ਦੇ ਖਿਲਾਫ ਗ੍ਰਿਫਤਾਰ ਉਹਨਾਂ ਨੂੰ ਕੀਤਾ ਜਾ ਸਕਦਾ। ਤਾਂ ਸੰਗਤ ਸਿੰਘ ਗਿਲਜੀਆਂ ਬੜੇ ਦਿਨਾਂ ਤੋਂ ਦੌੜ ਭੱਜ ਕਰ ਰਹੇ ਸਨ ਕਿਉਂਕਿ FIR ਉਹਨਾਂ ਦੇ ਨਾਮ ਤੇ ਦਰਜ ਜਿਹੜੀ ਹੋ ਚੁੱਕੀ ਹੈ, ਪਰ ਪੰਜਾਬ ਸਰਕਾਰ ਉਹਨਾਂ ਨੂੰ ਗ੍ਰਿਫਤਾਰ ਜਿਹੜੀ ਹੈ ਨਹੀਂ ਕਰ ਸਕੀ। ਉਦੋਂ ਦੇ ਹੀ ਅੰਡਰਗਰਾਊਂਡ ਨੇ ਤੇ ਕੱਲ ਉਹਨਾਂ ਨੂੰ ਹਾਈ ਕੋਰਟ ਨੇ ਇਸ ਪੱਖ ਦੇ ਵਿੱਚ ਰਾਹਤ ਦਿੱਤੀ ਤੇ ਪੰਜਾਬ ਸਰਕਾਰ ਕੋਲੋਂ ਇਸ ਪੱਖੋਂ 5 ਜੁਲਾਈ ਤੱਕ ਜਿਹੜਾ ਆ ਉਹ ਜਵਾਬ ਮੰਗਿਆ, ਮਾਫ ਕਰਦਾ 5 ਅਗਸਤ ਤੱਕ ਜਵਾਬ ਜਿਹੜਾ ਉਹ ਮੰਗਿਆ ਕਿ ਤੁਸੀਂ ਇਹਦੇ ਸੰਬੰਧੀ ਆਪਣੇ ਸਾਰਾ ਪੱਖ ਜਿਹੜੇ ਆ ਉਹ ਪੇਸ਼ ਕਰੋ, ਕਿਸ ਆਧਾਰ ਤੇ ਔਰ ਇਹਨਾਂ ਦੇ ਵਿਰੁੱਧ ਕੀ ਧਾਰਾਵਾਂ ਜਿਹੜੀਆਂ ਉਹ ਲਾਈਆਂ ਨੇ ਤੇ ਕਿਸ ਆਧਾਰ ਤੇ ਲਾਈਆਂ ਨੇ। ਤਾਂ ਇਹਨੂੰ ਇੱਕ ਕਿਸਮ ਦੇ ਨਾਲ ਅਸੀਂ ਸੁਖਵਿੰਦਰ ਜੀ ਪੰਜਾਬ ਸਰਕਾਰ ਵਾਸਤੇ ਇੱਕ ਅਹਿਮ ਝਟਕਾ ਜਿਹੜਾ ਮੰਨ ਸਕਦੇ ਹਾਂ ਕਿ ਸਰਕਾਰ ਨੇ FIR ਵੀ ਲਾਂਚ ਕੀਤੀ ਹੋਵੇ ਤੇ ਦੂਜੇ ਪਾਸੇ ਉਸ ਬੰਦੇ ਨੂੰ ਗ੍ਰਿਫਤਾਰ ਵੀ ਨਾ ਕਰ ਸਕੇ ਤੇ ਉਹ ਬੰਦਾ ਹਾਈ ਕੋਰਟ ਦੇ ਵਿੱਚੋਂ ਜੇ ਰਾਹਤ ਲੈ ਜਾਂਦਾ ਤੇ ਸਰਕਾਰ ਵਾਸਤੇ ਬੜਾ ਵੱਡਾ ਇਹ ਝਟਕਾ ਜਿਹੜਾ ਆ ਉਹ ਹੈਗਾ ਆ। ਤੇ ਇਹ ਬੜੀ ਇੰਟਰਸਟਿੰਗ ਗੱਲ ਆ ਕਿ ਹਾਲਾਂਕਿ ਦੂਜੇ ਪਾਸੇ ਸਰਕਾਰ ਨੇ ਉਹਦੇ ਭਤੀਜੇ ਜਿਸ ਨੂੰ ਦਲਜੀਤ ਗਿਲਜੀਆਂ ਉਹਨੂੰ ਤਾਂ ਗ੍ਰਿਫਤਾਰ ਕਰ ਲਿਆ, ਉਹਦੇ ਪਾਸੋਂ ਪੈਨ ਡਰਾਈਵ ਵੀ ਕਹਿੰਦੇ ਲਈ ਆ, ਚੈੱਕ ਬੁੱਕ ਦਸਤਾਵੇਜ਼ ਇਹੋ ਦੇ ਬਰਾਮਦ ਕੀਤੇ ਨੇ, ਉਸਦੀ ਗੱਡੀ ਤੇ MLA ਦਾ ਜਿਹੜਾ ਸਟੀਕਰ ਲੱਗਾ ਉਹ ਵੀ ਸਾਰਾ ਕੁਝ ਸਰਕਾਰ ਕਹਿ ਰਹੀ ਹੈ ਕਿ ਅਸੀਂ ਆਪਣੇ ਕਾਬੂ 'ਚ ਕਰ ਲਿਆ। ਪਰ ਜਿਹੜਾ ਕਥਿਤ ਤੌਰ ਤੇ ਮੁੱਖ ਦੋਸ਼ੀ, ਅਸੀਂ ਦੋਸ਼ੀ ਤਾਂ ਨਹੀਂ ਕਹਿ ਸਕਦੇ, ਕਥਿਤ ਤੌਰ ਤੇ ਜਿਹੜਾ ਜਿਹਦੇ ਉੱਤੇ ਇਲਜ਼ਾਮ ਨੇ ਇਹੋ ਜਿਹੇ ਕਿ ਉਹਨੇ ਕਰਪਸ਼ਨ ਕੀਤੀ ਆ, ਭ੍ਰਿਸ਼ਟਾਚਾਰ ਕੀਤਾ, ਉਹ ਬੰਦਾ ਸਰਕਾਰ ਦੇ ਪਰਚਾ ਦਰਜ ਕਰਨ ਦੇ ਬਾਵਜੂਦ ਵੀ ਹਾਈ ਕੋਰਟ ਚੋਂ ਰਾਹਤ ਲੈਣ ਵਿੱਚ ਉਹ ਵਿਅਕਤੀ ਸੰਗਤ ਸਿੰਘ ਗਿਲਜੀਆ ਸਫਲ ਹੋ ਗਏ ਨੇ। ਤਾਂ ਕੁਦਰਤੀ ਤੌਰ ਤੇ ਸਰਕਾਰ ਵਾਸਤੇ ਇਹ ਝਟਕਾ ਇੱਕ ਅਹਿਮ ਅਸੀਂ ਮੰਨ ਸਕਦੇ ਹਾਂ। ਦੂਜਾ, ਭਾਰਤ ਭੂਸ਼ਣ ਆਸ਼ੂ ਹੋਰਾਂ ਨੇ ਵੀ ਇਸੇ ਸੰਬੰਧ ਦੇ ਵਿੱਚ ਜਿਹੜੀ ਪਟੀਸ਼ਨ ਆ ਉਹ ਦਾਇਰ ਕੀਤੀ ਹੈ। ਉਹਨਾਂ ਨੂੰ ਵੀ ਖਤਰਾ ਹੈਗਾ ਕਿ ਮੈਨੂੰ ਵੀ ਸਰਕਾਰ ਕਿਸੇ ਸਮੇਂ ਜਿਹੜਾ ਹੱਥ ਆ ਉਹ ਪਾ ਸਕਦੀ ਆ। ਤਾਂ ਉਸ ਪਟੀਸ਼ਨ ਤੇ ਜਿਹੜੀ ਸੁਣਵਾਈ ਆ ਉਹ ਵੀ ਅਜੇ ਹਾਈ ਕੋਰਟ ਵੱਲੋਂ ਮੁਲਤਵੀ ਜਿਹੜੀ ਕੀਤੀ ਹੈ, ਅਜੇ ਸੁਣਵਾਈ ਹੋਈ ਨਹੀਂ। ਪਿਛਲੇ ਦਿਨਾਂ 'ਚ ਇਹ ਪਤਾ ਲੱਗਾ ਸੀ ਕਿ ਜਦੋਂ ਭਾਰਤ ਭੂਸ਼ਣ ਆਸ਼ੂ ਹੋਰਾਂ ਨੇ ਇਸ ਸੰਬੰਧ ਵਿੱਚ ਪਟੀਸ਼ਨ ਜਦੋਂ ਦਾਇਰ ਕੀਤੀ ਤਾਂ ਕੋਰਟ ਨੇ ਉਸ ਪਟੀਸ਼ਨ ਨੂੰ ਸੁਣਨ ਤੋਂ ਇਨਕਾਰ ਜਿਹੜਾ ਉਹ ਕਰ ਦਿੱਤਾ ਸੀ ਕਿ ਹਾਂ ਭਈ ਕੋਈ ਅਜੇ ਇਹੋ ਜਿਹਾ ਮੁੱਦਾ ਹੀ ਨਹੀਂ, ਤੁਹਾਡੇ ਖਿਲਾਫ ਤਾਂ ਕੋਈ ਦਰਖਾਸਤ ਜਾਂ ਕੋਈ ਪਰਚਾ ਕੁਝ ਵੀ ਨਹੀਂ ਹੈਗਾ ਤੇ ਕਿਸ ਆਧਾਰ ਤੇ ਤੁਸੀਂ ਹਾਈ ਕੋਰਟ ਦੇ ਵਿੱਚ ਆਣ ਕੇ ਰਾਹਤ ਦੀ ਜਿਹੜੀ ਤੁਸੀਂ ਮੰਗ ਜਿਹੜੀ ਕਰ ਰਹੇ ਜੇ। ਤਾਂ ਉਹਦੇ ਸੰਬੰਧੀ ਭਾਰਤ ਭੂਸ਼ਣ ਆਸ਼ੂ ਦੀ ਜਿਹੜੀ ਪਟੀਸ਼ਨ ਆ ਉਹ ਮੁਲਤਵੀ ਆ, ਪਰ ਸੰਗਤ ਸਿੰਘ ਗਿਲਜੀਆ ਹੁਣੀ ਜਿਹੜੇ ਆ ਉਹ ਰਾਹਤ ਲੈਣ ਦੇ ਵਿੱਚ ਸਫਲ ਹੋ ਗਏ ਆ। ਪਰ ਸੁਖਵਿੰਦਰ ਜੀ, ਇਹਦੇ ਨਾਲ ਸਰਕਾਰ ਦੀ ਇੱਕ ਮੈਨੂੰ ਜਿਹੜੀ ਨੀਤੀ ਜਾਂ ਪਾਲਿਸੀ ਕਹਿ ਸਕਦੇ ਆਮ ਆਦਮੀ ਪਾਰਟੀ ਦੀ, ਉਹ ਸਮਝ ਨਹੀਂ ਆ ਰਹੀ ਕਿ ਸਰਕਾਰ ਦਬਕੇ ਜਿਹੜੇ ਉਹ ਜ਼ਿਆਦਾ ਮਾਰਦੀ ਪਈ ਆ, ਡਰਾਵਾ ਜਿਹੜਾ ਜ਼ਿਆਦਾ ਦੇ ਰਹੀ ਆ, ਕਾਰਵਾਈ ਜਿਹੜੀ ਫਿਰ ਘੱਟ ਹੋ ਰਹੀ ਆ। ਹੁਣ ਸੰਗਤ ਸਿੰਘ ਗਿਲਜੀਆ ਕਿੱਡਾ ਕੁ ਤਕੜਾ ਹੋਊਗਾ ਕਿ ਜਿਹੜਾ ਅੰਡਰਗਰਾਊਂਡ ਜਿਹੜਾ ਹੋ ਗਏ ਤੇ ਸਰਕਾਰ ਉਸ ਨੂੰ ਫੜ ਨਹੀਂ ਸਕੀ। ਇਹ ਸਰਕਾਰ ਦੀ ਨਾਕਾਮਯਾਬੀ ਜਾਂ ਸਰਕਾਰ ਜਾਣ ਬੁੱਝ ਕੇ ਹੀ ਅਜਿਹਾ ਮਾਹੌਲ ਪੈਦਾ ਜਿਹੜਾ ਕਰਦੀ ਪਈ ਆ ਕਿ ਠੀਕ ਆ ਇਹਨਾਂ ਬੰਦਿਆਂ ਨੂੰ ਡਰਾ ਕੇ ਰੱਖਿਆ ਜਾਵੇ, ਇਹਨਾਂ ਬੰਦਿਆਂ ਨੂੰ ਭਜਾ ਕੇ ਰੱਖਿਆ ਜਾਵੇ ਤਾਂ ਜੋ ਸਰਕਾਰ ਦਾ ਇੱਕ ਅਸੀਂ ਕਹਿ ਸਕਦੇ ਹਾਂ ਕਿ ਇੱਕ ਕਹਿਰ ਜਾਂ ਸਰਕਾਰ ਦਾ ਇੱਕ ਡਰਾਵਾ ਇਹਨਾਂ ਕਾਂਗਰਸੀ ਨੇਤਾਵਾਂ ਤੇ ਅਣਖੀ ਸਾਹਿਬ, ਇਹਨਾਂ ਕਾਰਵਾਈਆਂ ਨੂੰ ਦੇਖ ਕੇ ਕੁਝ ਲੋਕ ਜਿਹੜੇ ਕਿਸੇ ਟਾਈਮ ਬੜਾ ਬੋਲਦੇ ਰਹੇ ਆ, ਜਿਹੜੇ ਕਿਸੇ ਟਾਈਮ ਆਪਣੀਆਂ ਸਰਕਾਰਾਂ ਦੇ ਖਿਲਾਫ ਵੀ ਬੋਲਦੇ ਰਹੇ ਆ, ਉਹ ਬੰਦੇ ਹੁਣ ਵਿਰੋਧੀ ਸਰਕਾਰ ਦੇ ਖਿਲਾਫ ਇੱਕ ਲਫ਼ਜ਼ ਨਹੀਂ ਮੂੰਹੋਂ ਕੱਢ ਰਹੇ। ਵੱਡੇ ਵੱਡੇ ਲੀਡਰ ਅਣਖੀ ਸਾਹਿਬ ਚਲੋ
ਦਰਸ਼ਕ ਸਾਰਾ ਸਮਝਦੇ ਹੀ ਹੈ, ਵੱਡੇ ਵੱਡੇ ਲੀਡਰ ਜਿਹੜੇ ਆ ਉਹ ਬੋਲਣ ਤੋਂ ਕਤਰਾ ਰਹੇ ਆ। ਉਹ ਉਹਨਾਂ ਦੇ ਉੱਤੇ ਜਿਹੜਾ ਮੇਰੇ ਖਿਆਲ 'ਚ ਡਰ ਪਾਉਣ ਦੀ ਕੋਸ਼ਿਸ਼ ਹੈ ਕਿ ਉਹ ਆਪਣੀ ਜ਼ਬਾਨ ਬੰਦ ਰੱਖਣ, ਤੇ ਜੇ ਜ਼ਬਾਨ ਖੋਲੀ ਤਾਂ ਆਹ ਬੰਦੇ ਵਾਲਾ ਹਾਲ ਹੋਊਗਾ। ਬਿਲਕੁਲ ਇਹ ਵੀ ਗੱਲ ਤੁਹਾਡੀ 100% ਸਹੀ ਲੱਗਦੀ ਹੈ ਕਿ ਸਰਕਾਰ ਦੀ ਇਹ ਨੀਤੀ ਇਹੋ ਜਿਹੀ ਆ ਕਿ ਇੱਕ ਡਰ, ਇੱਕ ਸਹਿਮ, ਇੱਕ ਦਹਿਸ਼ਤ ਹੀ ਇੰਨੀ ਨੇਤਾਵਾਂ 'ਚ ਪੈਦਾ ਕਰ ਦਿੱਤੀ ਜਾਵੇ, ਕੋਈ ਵੀ ਨਾ ਬੋਲੇ। ਤੇ ਵਾਕਿਆ ਸੁਖਵਿੰਦਰ ਜੀ ਬੋਲਦਾ ਵਾਕਿਆ ਕੋਈ ਨਹੀਂ ਪਿਆ ਸਿਵਾਏ ਸੁਖਪਾਲ ਸਿੰਘ ਖਹਿਰਾ ਹੋਣਾ ਤੋਂ। ਸੁਖਪਾਲ ਸਿੰਘ ਖਹਿਰਾ ਹੋ ਸਕਦੇ ਆ, ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਹੋ ਸਕਦੇ। ਪ੍ਰਤਾਪ ਸਿੰਘ ਬਾਜਵਾ ਵੀ ਸ਼ਾਇਦ ਨਫੇ ਤੁਲੇ ਸ਼ਬਦਾਂ 'ਚ ਹੀ ਗੱਲ ਕਰਦੇ ਆ, ਪਰ ਸੁਖਪਾਲ ਸਿੰਘ ਖਹਿਰੇ ਦੀ ਅਗਰ ਗੱਲ ਕਰੀਏ ਤਾਂ ਉਹ ਸਰਕਾਰ ਨੂੰ ਨਵਜੋਤ ਸਿੰਘ ਸਿੱਧੂ ਜੇਲ੍ਹ 'ਚ ਨੇ, ਸੁਖਪਾਲ ਸਿੰਘ ਖਹਿਰਾ, ਮੈਂ ਸੁਖਪਾਲ ਸਿੰਘ ਖਹਿਰੇ ਦੀ ਗੱਲ ਕਰ ਰਿਹਾ ਕਿ ਪ੍ਰਤਾਪ ਸਿੰਘ ਬਾਜਵਾ ਸ਼ਾਇਦ ਮੈਂ ਕਿਹਾ 90 ਤੁਲੇ ਸ਼ਬਦਾਂ 'ਚ ਗੱਲ ਕਰਦੇ ਆ, ਪਰ ਸੁਖਪਾਲ ਸਿੰਘ ਖਹਿਰਾ ਜਿਸ ਤਰੀਕੇ ਨਾਲ ਸਰਕਾਰ ਨੂੰ ਤੇ ਖਾਸ ਕਰਕੇ ਭਗਵੰਤ ਸਿੰਘ ਮਾਨ ਨੂੰ ਘੇਰਦੇ ਆ, ਕੇਵਲ ਇਸ ਵੇਲੇ ਪੰਜਾਬ ਕਾਂਗਰਸ ਦੇ ਵਿੱਚ ਉਹੋ ਹੀ ਨੇਤਾ ਹੈਗੇ ਨੇ, ਬਾਕੀ ਤਾਂ ਸਾਰੇ ਜਿਸ ਤਰ੍ਹਾਂ ਸੁਸਰੀ ਵਾਂਗੂ ਸੌਂਗੇ ਆ ਤੇ ਜਾਂ ਇੱਕ ਡਰ ਕਰਕੇ ਸਹਿਮੇ ਨੇ, ਉਹ ਕੋਈ ਨਹੀਂ ਬੰਦਾ ਬੋਲਦਾ ਪਿਆ। ਸ਼ਾਇਦ ਇਹੋ ਹੀ ਕਰਦਾ ਕਿ ਸਰਕਾਰ ਨੇ ਇੱਕ ਦਹਿਸ਼ਤ ਹੀ ਇਹੋ ਜਿਹੀ ਪਾ ਦਿੱਤੀ ਹੈ ਕਿ ਹਾਂ ਵੀ ਜਿਹੜਾ ਕੋਈ ਬੋਲੂਗਾ ਉਹਦਾ ਇਹੋ ਹੀ ਹਾਲ ਹੋਵੇਗਾ। ਤਾਂ ਲੋਕੀ ਵੀ ਕਹਿੰਦੇ ਕਿ ਠੀਕ ਆ, ਆਪਾਂ ਨੂੰ ਬੋਲਣ ਦੀ ਕੀ ਲੋੜ ਆ, ਜਿਹੜਾ ਟਾਈਮ ਹੈਗਾ ਉਹ ਚੁੱਪ ਕਰਕੇ ਕੱਟਿਆ ਜਾਵੇ। ਜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਹਨਾਂ ਹਾਲਾਤਾਂ ਤੋਂ ਡਰਦੇ ਹੋਏ ਵਿਦੇਸ਼ ਵਿੱਚ ਜਾ ਕੇ ਬਸੇਰਾ ਕਰ ਸਕਦੇ ਆ, ਤਾਂ ਫਿਰ ਜਿਹੜੇ ਆਮ ਵਿਧਾਇਕ ਨੇ, ਸਾਬਕਾ ਵਿਧਾਇਕ ਜਾਂ ਸਾਬਕਾ ਮੰਤਰੀ, ਉਹਨਾਂ ਦੀ ਪੋਜੀਸ਼ਨ ਕੀ ਆ? ਤਾਂ ਇਹ ਤਾਂ ਗੱਲਾਂ ਚਲੋ ਹੋ ਗਈਆਂ। ਪਰ ਸੁਖਵਿੰਦਰ ਜੀ ਇਹਦੇ ਨਾਲ ਮੈਂ ਜਿਹੜੀ ਗੱਲ ਕਰਦੀ ਚਾਹੁੰਦਾ, ਸਰਕਾਰ 4 ਮਹੀਨੇ ਸਰਕਾਰ ਬਣੀ ਨੂੰ ਹੋ ਚੱਲੇ ਆ, ਭ੍ਰਿਸ਼ਟਾਚਾਰ ਕਰਕੇ ਹੀ ਸਰਕਾਰ ਦੇ ਇਹ ਰਾਗ ਅਲਾਪ ਦੇ 4 ਮਹੀਨੇ ਕੱਟੇ ਆ। ਇਹਨਾਂ 4 ਮਹੀਨਿਆਂ 'ਚ ਜਿਸ ਤਰੀਕੇ ਨਾਲ ਕੋਈ ਵਿਕਾਸ ਦਾ ਕੋਈ ਕੰਮ ਹੋਣਾ ਚਾਹੀਦਾ ਸੀ, ਕੋਈ ਡਿਵੈਲਪ ਜਾਂ ਹੋਰ ਇਹੋ ਜਿਹਾ ਕੰਮ ਹੋਣਾ ਚਾਹੀਦਾ, ਸਰਕਾਰ ਉਸ ਫਰੰਟ ਤੇ ਪੂਰਨ ਤੌਰ ਤੇ ਜਿਹੜੀ ਆ ਉਹ ਫੇਲ ਨਜ਼ਰ ਆ ਰਹੀ ਆ। ਉਹੋ ਜਿਹੀ ਕੋਈ ਵੀ ਅਜੇ ਤੱਕ ਸਰਕਾਰ ਯਾਨੀ ਗੱਲਾਂ ਤੇ ਐਲਾਨਾਂ ਦੇ ਦਮ ਤੇ ਹੀ ਇਹ ਜਿਹੜੇ ਪਹਿਲੇ 6 ਮਹੀਨੇ ਆਪਾਂ ਕਹਿ ਦਾਂਗੇ, ਕਿਉਂਕਿ 4 ਮਹੀਨੇ ਤਾਂ ਹੋ ਹੀ ਗਏ ਆ ਔਰ 5ਵਾਂ ਮਹੀਨਾ ਮੇਰੇ ਖਿਆਲ 'ਚ ਚੱਲ ਪਿਆ ਹੈ। ਔਰ ਜਿਹੜੀਆਂ ਗੱਲਾਂ ਬਾਤਾਂ ਹੋ ਰਹੀਆਂ ਸਿਰਫ ਐਲਾਨਾਂ ਦੀਆਂ ਹੀ ਹੋ ਰਹੀਆਂ ਜਾਂ ਫਿਰ ਇਲਜ਼ਾਮਬਾਜ਼ੀਆਂ। ਹੁਣ ਮੈਨੂੰ ਲੱਗਦਾ ਕਿ ਇਹ ਇਲਜ਼ਾਮਬਾਜ਼ੀਆਂ ਦਾ ਦੌਰ ਅਣਖੀ ਸਾਹਿਬ ਖਤਮ ਹੋਣਾ ਜਾਣਾ ਚਾਹੀਦਾ ਹੈ। ਪਿਛਲਿਆਂ ਨੂੰ ਭੰਡਣਾ ਗਲਤ ਹੈ, ਕਿਉਂਕਿ ਪਿਛਲਿਆਂ ਨੂੰ ਭੰਡ ਕੇ ਤੁਸੀਂ ਸਰਕਾਰ ਬਣਾ ਲਈ ਹੈ। ਹੁਣ ਵੀ ਉਹਨਾਂ ਨੂੰ ਭੰਡੀ ਜਾਣਾ, ਠੀਕ ਹੈ। ਜਿੱਥੇ ਲੋੜ ਹੈ ਜਿੱਥੇ ਉਹਨਾਂ ਨੇ ਕੁਝ ਗਲਤ ਕੀਤਾ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਕੇ ਅੰਦਰ ਕਰੋ। ਸਿਰਫ ਉਹਨਾਂ ਨੂੰ ਭੰਡ ਕੇ ਲੋਕਾਂ ਦਾ ਮਨ ਬਹਿਲਾਉਣਾ, ਲੋਕਾਂ ਦੇ ਅੱਗੇ ਉਹੀ ਨੰਬਰ ਬਣਾਈ ਜਾਣੇ, ਉਹ ਵੀ ਮੈਨੂੰ ਲੱਗਦਾ ਠੀਕ ਨਹੀਂ। ਕਿਉਂਕਿ ਜਦੋਂ ਭੰਡਣ ਦਾ ਟਾਈਮ ਸੀ ਉਦੋਂ ਭੰਡਿਆ ਤਾਂ ਲੋਕਾਂ ਨੇ ਉਸ ਤੁਹਾਡੇ ਭੰਡਣ ਦੇ ਉੱਪਰ ਗੌਰ ਕੀਤੀ ਤੇ ਉਹਨਾਂ ਨੂੰ ਸਜ਼ਾ ਦਿੱਤੀ ਕਿ ਵਾਕਈ ਯਾਰ ਇਹਨਾਂ ਨੇ ਪੰਜਾਬ ਲੁੱਟਿਆ ਤੇ ਨਵਿਆਂ ਨੂੰ ਮੌਕਾ ਦੇਈਏ। ਤੇ ਹੁਣ ਜਦੋਂ ਤੁਹਾਨੂੰ ਮੌਕਾ ਦੇਤਾ ਤੇ ਫਿਰ ਵੀ ਤੁਸੀਂ ਸਿਰਫ ਭੰਡਣ ਦਾ ਹੀ ਕੰਮ ਕਰਨਾ ਹੈ, ਕੰਮ ਇਨਪੁਟ ਕੋਈ ਦਿਖਾਉਣੀ ਨਹੀਂ, ਤਾਂ ਫਿਰ ਮੈਨੂੰ ਲੱਗਦਾ ਹੈ ਕਿ ਵਕਤ ਤੁਹਾਡਾ ਵੀ ਫਿਰ ਉਹੀ ਆਉਣ ਵਾਲਾ। ਸੁਖਵਿੰਦਰ ਜੀ, ਲੋਕ ਇਸ ਗੱਲ ਬਹੁਤ ਸਿਆਣੇ ਨੇ, ਲੋਕ ਹਰ ਚੀਜ਼ ਨੂੰ ਅਬਜ਼ਰਵ ਕਰਦੇ ਆ, ਲੋਕ ਹਰ ਚੀਜ਼ ਨੂੰ ਦੇਖਦੇ ਆ, ਉਹਨੂੰ ਮੁਲਾਂਕਣ ਕਰਕੇ ਉਹਦਾ ਤੁਰੰਤ ਜਵਾਬ ਜਿਹੜਾ ਉਹ ਦੇ ਦਿੰਦੇ ਆ। ਆਮ ਤੌਰ ਤੇ ਜਿਹੜੀਆਂ ਪਾਰਟੀਆਂ ਦੀ ਸਥਿਤੀ ਇਲੈਕਸ਼ਨ ਦੇ ਅਖੀਰਲੇ ਮਹੀਨਿਆਂ 'ਚ ਹੁੰਦੀ ਆ, ਉਹੋ ਜਿਹੀ ਜਿਹੜੀ ਸਥਿਤੀ ਆ ਆਮ ਆਦਮੀ ਪਾਰਟੀ ਦੀ ਪਹਿਲਾਂ 4 ਮਹੀਨਿਆਂ ਦੇ ਵਿੱਚ ਜਿਹੜੀ ਹੋ ਗਈ ਆ। ਖਾਸ ਤੌਰ ਤੇ ਸੰਗਰੂਰ ਦੀ ਜਿਮਨੀ ਚੋਣ ਦੇ ਸੰਬੰਧ ਦੇ ਵਿੱਚ ਤੁਸੀਂ ਵੇਖ ਸਕਦੇ ਜੇ ਕਿ ਕਿਸ ਤਰੀਕੇ ਨਾਲ ਸਰਕਾਰ ਦੇ ਖਿਲਾਫ ਲੋਕਾਂ ਨੇ ਗੁੱਸਾ ਕੱਢਿਆ ਤੇ ਸਿਮਰਨਜੀਤ ਸਿੰਘ ਵਰਗੇ ਉਸ ਬੰਦੇ ਨੂੰ ਜਿਤਾ ਦਿੱਤਾ ਜਿਹੜਾ ਕਿਸੇ ਵੀ ਪੱਖ ਤੋਂ ਅਸੀਂ ਕਹਿ ਸਕਦੇ ਕਿ ਰਾਜਨੀਤੀ ਦੇ ਜਾਂ ਸਿਆਸਤ ਕਰਨ ਦੇ ਯੋਗ ਨਹੀਂ ਹੈਗਾ। ਪਰ ਲੋਕਾਂ ਕੋਲ ਕੋਈ ਵੀ ਆਪਸ਼ਨ ਜਿਸ ਤਰੀਕੇ ਨਾਲ 2022 ਦੀਆਂ ਚੋਣਾਂ ਦੇ ਵਿੱਚ ਨਹੀਂ ਸੀ ਹੈਗਾ। ਲੋਕਾਂ ਨੇ ਕਾਂਗਰਸ ਨੂੰ ਹਰਾਤਾ, ਲੋਕਾਂ ਨੇ ਬੀਜੇਪੀ ਨੂੰ ਹਰਾਤਾ, ਲੋਕਾਂ ਨੇ ਅਕਾਲੀ ਦਲ ਨੂੰ ਹਰਾ ਕੇ ਵੋਟਾਂ ਪਾਤੀਆਂ ਆਮ ਆਦਮੀ ਪਾਰਟੀ ਨੂੰ। ਲੋਕ ਦੁਖੀ ਸਨ। ਤਾਂ ਉਹੀ ਹਾਲਾਤ ਜਿਹੜਾ ਸੰਗਰੂਰ ਦੀ ਜਿਮਨੀ ਚੋਣ 'ਚ ਹੋਇਆ, ਲੋਕਾਂ ਨੇ ਆਮ ਆਦਮੀ ਪਾਰਟੀ ਦੀ ਉਹ ਹਾਲਾਤ ਜਿਹੜੇ ਸਰਕਾਰ ਦੇ 4.5 ਸਾਲ ਜਾਂ ਪੌਣੇ 5 ਸਾਲ ਬਾਅਦ ਬੀਤਣ 'ਚ ਬਣਦੇ ਹੁੰਦੇ ਆ, ਉਹ 3 ਮਹੀਨਿਆਂ ਦੇ ਵਿੱਚ ਹੀ ਆਮ ਆਦਮੀ ਪਾਰਟੀ ਤੇ ਬਣ ਗਏ। ਸੋ ਸਰਕਾਰ ਜੇਕਰ ਐਲਾਨ ਕਰਦੀ ਆ, ਐਲਾਨਵੰਤ ਸਿੰਘ ਜਿਸ ਤਰੀਕੇ ਨਾਲ ਭਗਵੰਤ ਸਿੰਘ ਮਾਨ ਜੀ ਦਾ ਨਾਮ ਵੀ ਲੋਕਾਂ ਨੇ ਰੱਖ ਦਿੱਤਾ, ਜਿਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਦਾ ਨਾਮ ਸੀ ਤੇ ਇਹਨਾਂ ਦਾ ਨਾਮ ਐਲਾਨਵੰਤ ਆ। ਹੁਣ ਇਹਨਾਂ ਚੀਜ਼ਾਂ ਤੋਂ, ਇਲਜ਼ਾਮਾਂ ਤੋਂ ਔਰ ਐਲਾਨਾ ਕਰਨ ਤੋਂ ਬਾਅਦ ਸਰਕਾਰ ਨੂੰ ਚਾਹੀਦਾ ਕਿ ਅਮਲੀ ਰੂਪ 'ਚ ਆਣ ਕੇ ਲੋਕਾਂ ਨੂੰ ਕੋਈ ਕੰਮ ਕਰਕੇ ਦੱਸੇ। ਇਹ ਨਹੀਂ ਹੈਗਾ ਕਿ ਅਸੀਂ ਉਹਨੂੰ ਵੀ ਫੜ ਲਿਆ, ਅਸੀਂ ਉਹਨੂੰ ਵੀ ਫੜ ਲਿਆ। ਵਿਕਾਸ ਨਾਂ ਦੇ ਉੱਤੇ ਸਰਕਾਰ ਕੋਲ ਅਜੇ ਤੱਕ ਕੋਈ ਵੀ ਰੋਡ ਮੈਪ ਸਰਕਾਰ ਨੇ ਪੇਸ਼ ਨਹੀਂ ਕੀਤਾ, ਨਾ ਹੀ ਸਰਕਾਰ ਨੇ ਕੋਈ ਅਜਿਹੀਆਂ ਗੱਲਾਂ ਕੀਤੀਆਂ ਨੇ ਅਸੀਂ ਇਹ ਕਰਾਂਗੇ। ਚਲੋ ਜੇ ਤੁਸੀਂ ਦੂਜੇ ਐਲਾਨ ਕਰ ਰਹੇ ਜੇ, ਘੱਟ ਤੋਂ ਘੱਟ ਇਹੋ ਜਿਹੇ ਐਲਾਨ ਵੀ ਤੁਹਾਡੇ ਵੱਲੋਂ ਕੀਤੇ ਜਾਣੇ ਚਾਹੀਦੇ ਆ। ਪਰ ਸਰਕਾਰ ਸ਼ਾਇਦ ਇਸ ਪਾਸੇ ਅਜੇ ਗੰਭੀਰ ਹੀ ਨਹੀਂ ਆ। ਸਰਕਾਰ ਅਜੇ ਵੀ ਇਹੋ ਸੋਚਦੀ ਪਈ ਆ ਕਿ ਕੋਈ ਗੱਲ ਨਹੀਂ, ਟਾਈਮ ਆ ਲੈਣ ਦਿਓ ਫਿਰ ਗੱਲ ਕਰਾਂਗੇ। ਪਰ ਜਿਹੜਾ ਟਾਈਮ ਆ ਉਹ ਬੜੀ ਜਲਦੀ ਆ ਰਿਹਾ। ਸ਼ਾਇਦ 2024 ਦੀਆਂ ਚੋਣਾਂ ਤੱਕ ਪਤਾ ਨਹੀਂ ਸਰਕਾਰ ਦਾ ਕੀ ਹਾਲ ਹੋਣਾ ਜਾਂ ਲੋਕਾਂ ਦਾ ਇਸ ਸਰਕਾਰ ਦੇ ਪ੍ਰਤੀ ਕਿਹੋ ਜਿਹਾ ਰਵੱਈਆ ਹੋਏਗਾ। ਇਹ ਆਉਂਦੇ ਦਿਨਾਂ 'ਚ ਜਿਹੜਾ ਨਾ ਜ਼ਰੂਰ ਪਤਾ ਲੱਗੇਗਾ ਜੀ। ਰਾਹਤ ਜਿਹੜੀ ਥੋੜੀ ਜਿਹੀ ਸੰਗਤ ਨੂੰ ਗਿਲਜੀਆਂ ਨੂੰ ਤਾਂ ਬਹੁਤ ਹੀ ਰਾਹਤ ਆਪਾਂ ਕਹਿ ਸਕਦੇ ਹਾਂ। ਇੱਕ ਪਾਸੇ ਉਹਨਾਂ ਦਾ
ਭਤੀਜਾ ਜਿਹੜਾ ਉਹ ਜੇਲ੍ਹ ਦੇ ਵਿੱਚ ਹੈਗਾ, ਕਸਟਡੀ ਦੇ ਵਿੱਚ ਹੈਗਾ। ਤਾਂ ਦੂਜੇ ਪਾਸੇ ਜਿਹੜਾ ਭਾਰਤ ਭੂਸ਼ਣ ਆਸ਼ੂ ਦੇ ਸੰਬੰਧ ਦੇ ਵਿੱਚ ਨੋਟਿਸ ਜਿਹੜਾ ਜਾਰੀ ਕਰ ਦਿੱਤਾ ਗਿਆ ਔਰ ਨੋਟਿਸ ਦਾ ਜਵਾਬ ਜਿਹੜਾ ਉਹ ਮੰਗਿਆ ਗਿਆ ਸਾਹਿਬ। ਤਾਂ ਇਹ ਅਗਲੀ ਖਬਰ ਦੀ ਆਪਾਂ ਜਿਹੜੀ ਗੱਲਬਾਤ ਕਰ ਲੈਂਦੇ ਹਾਂ। ਅਗਲੀ ਖਬਰ ਜਿਹੜੀ ਹੈ ਉਹ ਸਿਮਰਨਜੀਤ ਸਿੰਘ ਮਾਨ ਦੇ ਸੰਬੰਧ ਚ ਆਪਾਂ ਅੰਕਿਤ ਸਾਹਿਬ ਕਰ ਲੈਂਦੇ ਹਾਂ। ਸਿਮਰਨਜੀਤ ਸਿੰਘ ਮਾਨ ਬੜੀਆਂ ਗੱਲਾਂ ਕਹਿੰਦੇ ਸੀ ਕਿ ਮੈਂ ਭਾਰਤ ਨੂੰ ਸੰਵਿਧਾਨ ਨੂੰ ਮੰਨਦਾ ਨਹੀਂ, ਮੈਂ ਅਲੱਗ ਦੇਸ਼ ਚਾਹੁੰਦਾ, ਸਾਡਾ ਖਾਲਿਸਤਾਨ ਦੇਸ਼ ਜਿਹੜਾ ਅਲੱਗ ਹੋਣਾ ਚਾਹੀਦਾ, ਮੈਂ ਕਿਰਪਾਨ ਤੋਂ ਬਿਨਾਂ ਜਿਹੜਾ ਲੋਕ ਸਭਾ ਦੇ ਅੰਦਰ ਨਹੀਂ ਜਾਵਾਂਗਾ। ਤੇ ਤੁਹਾਨੂੰ ਚੇਤਾ ਹੋਊਗਾ ਅਣਖੀ ਸਾਹਿਬ ਉਹਨਾਂ ਨੇ ਇੱਕ ਵਾਰੀ ਸੀਟ ਵੀ ਜਿਹੜੀ ਆਪਣੀ ਛੱਡ ਦਿੱਤੀ ਸੀਗੀ, ਜਿੱਤੇ ਜਤਾਈ ਕਿ ਮੈਨੂੰ ਕਿਰਪਾਨ ਨਹੀਂ ਲਿਜਾਣ ਦਿੰਦੇ ਅੰਦਰ। ਤੇ ਹੁਣ ਫੇਰ ਨਹੀਂ ਕਹਿੰਦੇ ਕਿਰਪਾਨ ਲੈ ਕੇ ਗਏ ਅੰਦਰ। ਤੇ ਦੂਜੀ ਗੱਲ ਇਹ ਹੈ, ਜਿਹੜੇ ਸੰਵਿਧਾਨ ਨੂੰ ਨਾ ਮੰਨਣ ਦੀ ਗੱਲ ਸਿਮਰਨਜੀਤ ਸਿੰਘ ਮਾਨ ਕਹਿੰਦੇ ਹੈ, ਉਸੇ ਸੰਵਿਧਾਨ ਦੇ ਤਹਿਤ ਭਾਰਤ ਦੀ ਇਹ MP ਦੀ ਚੋਣ ਲੜ ਕੇ ਜਿੱਤ ਕੇ ਫਿਰ ਉਸੇ ਹੀ ਸੰਵਿਧਾਨ ਦੇ ਉੱਪਰ ਵਿਸ਼ਵਾਸ ਰੱਖਣ ਦੀ ਈਸ਼ਵਰ ਦੀ ਸਹੁੰ ਵੀ ਜਿਹੜੀ ਹੈ ਉਹਨਾਂ ਨੇ ਚੱਕ ਲਈ ਹੈ। ਕਿਵੇਂ ਦੇਖਦੇ ਹੋ ਸਿਮਰਨਜੀਤ ਸਿੰਘ ਮਾਨ ਦੀ ਇਸ ਦੋਗਲੀ ਰਾਜਨੀਤੀ ਨੂੰ, ਦੋਗਲੇ ਚਿਹਰੇ ਨੂੰ ਕਿਵੇਂ ਦੇਖਦੇ ਹੋ? ਸਿਮਰਨਜੀਤ ਸਿੰਘ ਮਾਨ ਮੁੱਕਰ ਗਏ ਨੇ ਜਾਂ ਫਿਰ ਭੁੱਲ ਗਏ ਨੇ? ਨਾ ਤੇ ਉਹ ਭੁੱਲੇ ਨੇ, ਨਾ ਹੀ ਉਹ ਮੁੱਕਰੇ ਆ। ਮੈਂ ਇੰਨੀ ਗੱਲ ਕਹਾਂਗਾ ਕਿ ਸਿਮਰਨਜੀਤ ਸਿੰਘ ਮਾਨ ਵਰਗਾ ਮੌਕਾ ਪ੍ਰਸਤ ਸਿਰਫ ਮੌਕਾ ਪ੍ਰਸਤ ਨੇਤਾ ਆ, ਜਿਸਨੇ ਹਰ ਮੌਕੇ ਦਾ ਫਾਇਦਾ ਉਠਾ ਕੇ ਕੇਵਲ ਤੇ ਕੇਵਲ ਆਪਣੀ ਰਾਜਨੀਤੀ ਜਿਹੜੀ ਉਹਨੇ ਚਮਕਾਈ ਆ, ਆਪਣੀ ਰਾਜਨੀਤੀ ਕੀਤੀ ਆ। ਤੁਸੀਂ 3 ਸਵਾਲ ਜਿਹੜੇ ਨੇ ਉਹ ਕੀਤੇ ਨੇ ਤੇ ਤਿੰਨਾਂ ਦਾ ਜਵਾਬ ਬੜੇ ਸੰਖੇਪ ਤੇ ਬੜੇ ਵਧੀਆ ਤਰੀਕੇ ਨਾਲ ਮੈਂ ਦੇਣ ਦਾ ਜਿਹੜਾ ਤਾਂ ਉਹ ਯਤਨ ਕਰਾਂਗਾ। ਤੁਸੀਂ ਸਭ ਤੋਂ ਪਹਿਲਾਂ ਕਿਰਪਾਨ ਦੀ ਗੱਲ ਕੀਤੀ। ਕਿਰਪਾਨ ਜਦੋਂ 1999 ਦੇ ਵਿੱਚ ਪਹਿਲੀ ਇਹਨਾਂ ਨੇ ਚੋਣ ਜਿੱਤੀ ਆ, ਤਾਂ ਸੁਖਵਿੰਦਰ ਜੀ ਅਸੀਂ ਉਹਨਾਂ ਦਿਨਾਂ ਦੇ ਵਿੱਚ ਅਸੀਂ ਵੀ ਮਾਨ ਸਮਰਥਕ ਜਿਹੜੇ ਹੁੰਦੇ ਹਾਂ ਕਿ ਠੀਕ ਆ ਵੀ ਸਿਮਰਨਜੀਤ ਸਿੰਘ ਮਾਨ ਕੌਮ ਦਾ ਅਜਿਹਾ ਨੇਤਾ ਕਿ ਜਿਹਨੇ ਆਣ ਕੇ ਇਹ ਕੀਤਾ ਉਹ ਕੀਤਾ, ਬੜੀ ਕੁਰਬਾਨੀ ਦਿੱਤੀ ਹੈ। ਤਾਂ ਉਹਨਾਂ ਦਿਨਾਂ ਦੇ ਵਿੱਚ ਜਦੋਂ ਸਿਮਰਨਜੀਤ ਸਿੰਘ ਮਾਨ ਦੇ 12 MP ਜਿਹੜੇ ਜਿੱਤੇ ਸੀ, 13 ਨਹੀਂ ਸੀ ਜਿੱਤੇ, ਗੁਰਦਾਸਪੁਰ ਸੀਟ ਤੋਂ ਬੀਬੀ ਸੁਖਵੰਤ ਕੌਰ ਭਿੰਡਰ, ਮੇਰਾ ਖਿਆਲ ਜਿੱਦ ਤੱਕ ਮੈਨੂੰ ਗਲਤ ਨਾ ਵਾ, ਉਹ ਜਿੱਤੇ ਸੀ। ਤੇ ਤਰਨਤਾਰਨ ਹਲਕੇ ਤੋਂ ਸਭ ਤੋਂ ਜ਼ਿਆਦਾ ਇੱਕ ਰਿਕਾਰਡ ਤੋੜ ਜਿੱਤ ਜਿਹੜੀ ਹੈ ਸਿਮਰਨਜੀਤ ਸਿੰਘ ਮਾਨ ਨੇ ਹਾਸਲ ਕੀਤੀ ਤੇ ਸਿਮਰਨਜੀਤ ਸਿੰਘ ਮਾਨ ਜੇਲ੍ਹ 'ਚ ਗਏ। ਤੇ ਜਦੋਂ ਸਹੁੰ ਚੁੱਕਣ ਦਾ ਟਾਈਮ ਆਇਆ ਤਾਂ ਉਸ ਵਕਤ ਇਹਨਾਂ ਨੇ ਕਿਰਪਾਨ ਦਾ ਮੁੱਦਾ ਬਣਾ ਲਿਆ ਕਿ ਮੈਂ ਤੇ ਕਿਰਪਾਨ ਲੈ ਕੇ ਹੀ ਸਹੁੰ ਚੁੱਕਣੀ ਹੈ। ਅਸਲ ਦੇ ਵਿੱਚ ਕਹਾਣੀ ਜਿਹੜੀ ਸੀ ਉਹ ਇਹ ਸੀ ਕਿ ਖਾੜਕੂਆਂ ਵੱਲੋਂ ਇਹਨਾਂ ਨੂੰ ਇੱਕ ਜ਼ਬਰਦਸਤ ਦਬਕਾ ਮਾਰਿਆ ਗਿਆ ਸੀ ਉਸ ਸਮੇਂ ਦੇ ਵਿੱਚ ਕਿ ਜੇਕਰ ਤੁਸੀਂ ਜਾ ਕੇ ਸਹੁੰ ਚੁੱਕੀ ਤਾਂ ਹਾਲ ਵੇਖ ਲਓ ਕਿਹੋ ਜਿਹਾ ਹੋਏਗਾ। ਕਿਉਂਕਿ ਉਸ ਵਕਤ 2 ਖਾੜਕੂਆਂ ਦੀ, ਇੱਕ ਪਾਸੇ ਪੰਥਕ ਕਮੇਟੀ ਸੀ, ਬਹੁਤ ਧਿਰਾਂ ਖਾੜਕੂਆਂ ਦੀਆਂ ਸੀ ਤੇ ਸਿਮਰਨਜੀਤ ਸਿੰਘ ਮਾਨ ਸ਼ਾਇਦ ਇਹ ਸਮਝਦੇ ਸਨ ਕਿ ਮੈਂ ਸ਼ਾਇਦ ਸਮੁੱਚੇ ਜਿੰਨੇ ਖਾੜਕੂ ਜਥੇਬੰਦੀਆਂ ਨੇ ਮੈਂ ਸਰਵਪ੍ਰਵਾਨਿਤ ਲੀਡਰ ਹਾਂ, ਪਰ ਅਜਿਹਾ ਹੈ ਨਹੀਂ ਸੀ। ਖਾੜਕੂ ਜਥੇਬੰਦੀਆਂ ਵੱਲੋਂ ਖਾਸ ਤੌਰ ਤੇ ਇੱਕ ਪੰਥਕ ਕਮੇਟੀ ਡਾਕਟਰ ਸੋਹਣ ਸਿੰਘ ਵਾਲੀ ਹੁੰਦੀ ਸੀ, ਕਿਉਂਕਿ ਉਹਨਾਂ ਦਿਨਾਂ ਦਾ ਮੈਨੂੰ ਪੂਰਨ ਤੌਰ ਤੇ ਇਹ ਯਾਦ ਆ ਸਾਰੀਆਂ ਗੱਲਾਂ। ਤਾਂ ਉਹਨਾਂ ਨੇ ਦਬਕਾ ਜਿਹੜਾ ਮਾਰਿਆ ਸਿਮਰਨਜੀਤ ਸਿੰਘ ਮਾਨ ਨੂੰ ਕਿ ਤੂੰ ਸਹੁੰ ਨਹੀਂ ਚੁੱਕਣੀ, ਤਾਂ ਸਿਮਰਨਜੀਤ ਸਿੰਘ ਮਾਨ ਕੋਲ ਕੋਈ ਸਥਿਤੀ ਬਚਦੀ ਨਹੀਂ ਸੀ ਕਿ ਕਿਸ ਤਰੀਕੇ ਦੇ ਨਾਲ ਉਹ ਸਹੁੰ ਚੁੱਕੇ ਜਾਂ ਸਹੁੰ ਨਾ ਚੁੱਕੇ। ਤਾਂ ਅਖੀਰ ਉਸਨੇ ਕਿਰਪਾਨ ਦਾ ਮੁੱਦਾ ਬਣਾ ਕੇ, ਕਿਰਪਾਨ ਦੇ ਨਾਲ ਨਹੀਂ ਚੁੱਕਣੀ ਜਾਂ ਕਿਰਪਾਨ ਦੇ ਬਿਨਾਂ ਨਹੀਂ ਚੁੱਕਣੀ, ਏਦਾਂ ਦੀ ਕੋਈ ਸ਼ਰਤ ਸੀ ਕੋਈ? ਨਹੀਂ, ਮੈਂ ਦੱਸਦਾ ਨਾ, ਮਤਲਬ ਸਥਿਤੀ ਇਹ ਸੀ ਕਿ ਖਾੜਕੂ ਜਥੇਬੰਦੀਆਂ ਵੱਲੋਂ ਇਹਨੂੰ ਸੰਦੇਸ਼ ਦੇ ਦਿੱਤਾ ਗਿਆ ਸੀ ਕਿ ਤੁਸੀਂ ਸਹੁੰ ਨਹੀਂ ਚੁੱਕਣੀ। ਤਾਂ ਉਸ ਵਕਤ ਫਿਰ ਬੜੀ ਸਥਿਤੀ ਮਾਨ ਵਾਸਤੇ ਬੜੀ ਹੋਰ ਤਰੀਕੇ ਦੀ ਸਥਿਤੀ ਬਣ ਗਈ ਕਿ ਜੇ ਜਾਂਦਾ ਤਾਂ ਖਾੜਕੂਆਂ ਦੇ ਨਿਸ਼ਾਨੇ ਦੇ ਉੱਤੇ ਆ ਸਕਦਾ ਸੀ। ਤਾਂ ਇਸਨੇ ਫਿਰ ਇੱਕ ਚੀਜ਼ ਜਾਂ ਅਸੀਂ ਕਹਿ ਸਕਦੇ ਇੱਕ ਬਹਾਨਾ ਇਹ ਕੜਿਆ ਕਿ ਮੈਂ ਸੰਸਦ ਵਿੱਚ ਸਹੁੰ ਚੁੱਕਣੀ ਤੇ ਮੈਂ ਕਿਰਪਾਨ ਲੈ ਕੇ ਜਾਵਾਂਗਾ, ਪਰ ਸੰਸਦ ਦੇ ਵਿੱਚ ਕਿਰਪਾਨ ਲੈ ਕੇ ਮਨਾਹੀ ਸੀ। ਤਾਂ ਇਸ ਕਰਕੇ ਫਿਰ ਸੰਸਦ ਦੇ ਵਿੱਚ ਇਹਨੇ ਇਸ ਬਹਾਨੇ ਕਿਹਾ ਕਿ ਮੈਨੂੰ ਕਿਰਪਾਨ ਲੈ ਕੇ ਆਗਿਆ ਨਹੀਂ ਮਿਲੀ, ਮੈਂ ਸਹੁੰ ਨਹੀਂ ਚੁੱਕਣੀ। ਸੋ ਇੱਕ ਤਰੀਕੇ ਨਾਲ ਇਹਨੇ ਖਾੜਕੂ ਜਥੇਬੰਦੀਆਂ ਨੂੰ ਵੀ ਸੰਤੁਸ਼ਟ ਕਰ ਲਿਆ ਤੇ ਦੂਜੇ ਪਾਸੇ ਸਹੁੰ ਵੀ ਇਹਨੇ ਨਹੀਂ ਚੁੱਕੀ ਤਾਂ ਆਪਣਾ ਦਾਮਨ ਵੀ ਇੱਕ ਤਰੀਕੇ ਨਾਲ ਬਚਾਉਣ ਦੀ ਕੋਸ਼ਿਸ਼ ਕੀਤੀ। ਤਾਂ ਤੁਹਾਨੂੰ ਯਾਦ ਹੋਏਗਾ ਫਿਰ ਗੁਰਮੀਤ ਸਿੰਘ ਖੁੱਡੀਆ ਦਾ ਜਿਹੜਾ ਕਤਲ ਜਿਹੜਾ ਹੁੰਦਾ ਸੀ, ਉਹ ਵੀ ਲੋਕ ਸਭਾ ਮੈਂਬਰ ਸੀ, ਉਹ ਵੀ ਉਹਨਾਂ ਦਿਨਾਂ ਦੇ ਵਿੱਚ ਅੱਜ ਤੱਕ ਉਹ ਕਹਾਣੀ ਜਿਹੜੀ ਹੈ ਉਹ ਸਮਝ ਨਹੀਂ ਆਈ। ਖੈਰ ਪ੍ਰਸ਼ਨ ਦੂਜੇ ਪਾਸੇ ਜਾਏਗਾ। ਤਾਂ ਇੱਕ ਤਾਂ ਸਥਿਤੀ ਇਹ ਹੋ ਗਈ, ਉਦੋਂ ਵੀ ਮੌਕਾ ਪ੍ਰਸਤੀ ਦੀ ਗੱਲ ਸੀ। ਫਿਰ 1992 ਵਿੱਚ ਚੋਣਾਂ ਹੁੰਦੀਆਂ ਨੇ, ਉਹ ਚੋਣਾਂ ਕਿ ਜਦੋਂ ਸਰਕਾਰ ਜਿਹੜੀ ਕੇਂਦਰ ਦੀ ਸਰਕਾਰ ਆ ਸਿਮਰਨਜੀਤ ਸਿੰਘ ਮਾਨ ਨੂੰ ਪੂਰਨ ਤੌਰ ਤੇ ਮੁੱਖ ਮੰਤਰੀ ਬਣਾ ਦੇਣਾ ਚਾਹੁੰਦੀ ਸੀ, ਪਰ ਉਹ ਸਿਮਰਨਜੀਤ ਸਿੰਘ ਮਾਨ ਨੇ ਉਸ ਵੇਲੇ ਬਾਈਕਾਟ ਕਰ ਦਿੱਤਾ ਤੇ ਅੱਜ ਤੱਕ ਸਿਮਰਨਜੀਤ ਸਿੰਘ ਮਾਨ ਇਸ ਗੱਲ ਦਾ ਜਵਾਬ ਨਹੀਂ ਕਦੀ ਦੇ ਸਕੇ ਕਿ ਉਸ ਵਕਤ ਤੁਹਾਨੂੰ ਜਦੋਂ ਕੇਂਦਰ ਦੀ ਸਰਕਾਰ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਸੀ ਤੁਸੀਂ ਬਣੇ ਕਿਉਂ ਨਾ। ਤਾਂ ਸਿਮਰਨਜੀਤ ਸਿੰਘ ਮਾਨ ਦਾ ਇੱਥੇ ਵੀ ਤਰਕ ਇਹ ਆ ਕਿ ਮੇਰੇ ਕੋਲ ਉਹ ਮੁੰਡਿਆਂ ਦਾ ਕਤਲ ਕਰਾਉਣੀ ਚਾਹੁੰਦੀ ਸੀ ਸਰਕਾਰ, ਜਿਹੜੀ ਕੇਂਦਰ ਸਰਕਾਰ, ਤਾਂ ਮੈਂ ਕਤਲ ਕਰਦਾ ਨਹੀਂ ਸੀ ਚਾਹੁੰਦਾ। ਜਿਸ ਤਰੀਕੇ ਨਾਲ ਬਾਅਦ ਚ ਬੇਅੰਤ ਸਿੰਘ ਨੇ ਮੁੰਡਿਆਂ ਨੂੰ ਮਾਰਿਆ ਮੈਂ ਨਹੀਂ ਸੀ ਕਰਨਾ ਚਾਹੁੰਦਾ, ਤਾਂ ਇਸ ਕਰਕੇ ਮੈਂ ਮੁੱਖ ਮੰਤਰੀ ਦੀ ਕੁਰਸੀ ਵੀ ਤਿਆਰ ਕੀਤੀ। ਹਾਲਾਂਕਿ ਦੂਜੇ ਪਾਸੇ ਇਹ ਵੀ ਗੱਲ ਨਾਲ ਆ, ਉਸ ਵਕਤ ਵੀ ਜਿਹੜੀ ਪੰਥਕ ਕਮੇਟੀ ਡਾਕਟਰ ਸੋਹਣ ਸਿੰਘ ਵਾਲੀ ਸੀ, ਉਹਦਾ ਸਾਫ਼ ਥ੍ਰੈਟ ਜਿਹੜਾ ਸੀ ਸਿਮਰਨਜੀਤ ਸਿੰਘ ਮਾਨ ਨੂੰ ਸੀ ਕਿ ਤੂੰ ਚੋਣਾਂ ਦੇ ਵਿੱਚ ਹਿੱਸਾ ਜਿਹੜਾ ਕੋਈ ਵੀ ਅਕਾਲੀ ਦਲ ਨਹੀਂ ਲਏਗਾ।
ਸੋ ਇਹੋ ਜਿਹੇ ਜਿਹੜੇ ਬੀਤੇ ਦੇ ਵਰਤਾਰੇ ਨੇ ਔਰ ਸਿਮਰਨਜੀਤ ਸਿੰਘ ਮਾਨ ਦੀ ਜਿਹੋ ਜਿਹੀ ਭੂਮਿਕਾ ਬੀਤੇ ਦੌਰ 'ਚ ਰਹੀ ਹੈ, ਤਾਂ ਫਿਰ ਇਹੋ ਸਿਮਰਨਜੀਤ ਸਿੰਘ ਮਾਨ 2009 ਦੇ ਵਿੱਚ ਜਦੋਂ 2000 ਬਾਅਦ 'ਚ 4 'ਚ ਜਦੋਂ ਇੱਕ ਵਾਰੀ ਦੁਬਾਰਾ MP ਬਣਦੇ ਨੇ, ਤਾਂ ਫਿਰ ਉਦੋਂ ਇਹਨਾਂ ਨੇ ਸਹੁੰ ਜਿਹੜੀ ਚੁੱਕੀ ਬਿਨਾਂ ਕਿਰਪਾਨ ਤੋਂ ਜਾ ਕੇ ਚੁੱਕੀ, ਜਿਸ ਤਰੀਕੇ ਨਾਲ ਹੁਣ ਇਹਨਾਂ ਨੇ ਕੱਲ ਜਿਹੜੀ ਚੁੱਕੀ ਹੈ ਕਿਰਪਾਨ ਬਾਬਾ ਜੀ ਬਾਹਰ ਛੱਡ ਕੇ ਜਾ ਕੇ ਇਸੇ ਤਰੀਕੇ ਨਾਲ ਮੈਂ ਈਸ਼ਵਰ ਦੀ ਸਹੁੰ ਖਾਂਦਾ, ਭਾਰਤ ਦੇ ਸੰਵਿਧਾਨ ਦੀ ਸਹੁੰ ਖਾਂਦਾ, ਅਖੰਡਤਾ ਕਾਇਮ ਰੱਖਾਂਗਾ ਸਹੁੰ ਖਾ ਕੇ ਆਏ, ਤੇ ਬਾਹਰ ਆਉਂਦਿਆਂ ਸਾਰੀ ਸਿਮਰਨਜੀਤ ਸਿੰਘ ਮਾਨ ਦੇ ਬੋਲ ਫਿਰ ਵਿਗੜ ਗਏ। ਫਿਰ ਉਹਨਾਂ ਨੇ ਇੰਨੀ ਗੱਲ ਕਹੀ, ਜਦੋਂ ਉਹਨਾਂ ਨੂੰ ਸਿਮਰਨਜੀਤ ਸਿੰਘ ਮਾਨ ਦੀ ਇੱਕ ਇਹ ਤਰਾਸਦੀ ਹੈ ਕਿ ਉਹ ਕਦੇ ਵੀ ਪੱਤਰਕਾਰਾਂ ਦਾ ਢੁਕਵਾਂ ਜਵਾਬ ਨਹੀਂ ਦੇ ਸਕੇ। ਤੁਸੀਂ ਕਈ ਵਾਰੀ ਗੱਲ ਕਰਕੇ ਤੁਸੀਂ ਦੇਖ ਲਿਓ ਕਿ ਜਦੋਂ ਵੀ ਤੁਸੀਂ ਉਹਨੂੰ ਪ੍ਰਸ਼ਨ ਕਰੋਗੇ, ਪ੍ਰਸ਼ਨ ਤੁਸੀਂ ਪੰਜਾਬ ਦੀ ਭਾਰਤ ਦੀ ਪੋਲਿਟਿਕਸ ਤੇ ਕਰੋਗੇ, ਤਾਂ ਜਵਾਬ ਉਹਨਾਂ ਦਾ ਚੀਨ ਦੇ ਨਾਲ ਹੋਏਗਾ, ਅਮਰੀਕਾ ਦੇ ਸੰਦਰਭ 'ਚ ਉਹ ਜਵਾਬ ਦੇਣਗੇ। ਕੱਲ ਵੀ ਜਦੋਂ ਉਹਨਾਂ ਨੂੰ ਇਹ ਗੱਲ ਪੁੱਛੀ ਗਈ ਕਿ ਮਾਨ ਸਾਹਿਬ ਤੁਸੀਂ ਇੱਕ ਪਾਸੇ ਤਾਂ ਸਹੁੰ ਖਾ ਕੇ ਆਏ ਜੇਂਦਰ, ਤੇ ਦੂਜੇ ਪਾਸੇ ਖਾਲਿਸਤਾਨ ਦੀ ਗੱਲ ਕਰਦੇ ਜੇ, ਇਹਦੇ ਸੰਬੰਧੀ ਤੁਹਾਡਾ ਸਟੈਂਡ ਕੀ ਆ? ਤਾਂ ਫਿਰ ਮਾਨ ਸਾਹਿਬ ਆਪਣੇ ਸੁਭਾਅ ਦੇ ਮੁਤਾਬਕ ਹੀ ਕਹਿੰਦੇ ਚੀਨ 'ਚ ਦੇਖੋ, ਲਦਾਖ 'ਚ ਚੀਨ ਕੀ ਕਰ ਰਿਹਾ। ਉਹ ਬੰਦਾ ਪੁੱਛੇ ਭਲੇ ਮਾਨਸੂ ਕਿ ਤੁਹਾਨੂੰ ਤਾਂ ਇਹ ਸਵਾਲ ਇਹ ਪੁੱਛਿਆ, ਤੁਸੀਂ ਖਾਲਿਸਤਾਨ ਦੀ ਗੱਲ ਤੋਂ ਆਪਣਾ ਮੁੱਦਾ ਸਪਸ਼ਟ ਕਰੋ। ਕਹਿੰਦੇ ਜੀ ਲਦਾਖ ਦੇ ਵਿੱਚ ਚੀਨ ਕੀ ਕਰ ਰਿਹਾ। ਸੋ ਨਾ ਤਾਂ ਪੱਤਰਕਾਰਾਂ ਨੂੰ ਪਤਾ ਲੱਗਾ ਕਿ ਮਾਨ ਸਾਹਿਬ ਕਹਿਣਾ ਕੀ ਚਾਹੁੰਦੇ ਆ, ਤੇ ਨਾ ਮਾਨ ਸਾਹਿਬ ਨੂੰ ਪਤਾ ਲੱਗਾ ਕਿ ਮਾਨ ਸਾਹਿਬ ਕਹਿਣਾ ਕੀ ਚਾਹੁੰਦੇ ਆ। ਸੋ ਇਹੋ ਜਿਹੀਆਂ ਜਿਹੜੀਆਂ ਟ੍ਰੈਜਡੀਆਂ ਨੇ, ਇਹ ਦੁਖਾਂਤ ਨੇ ਮਾਨ ਸਾਹਿਬ ਦੇ, ਕਿ ਜਿਹੜੇ ਹਮੇਸ਼ਾ ਵਾਪਰਦੇ ਰਹੇ ਨੇ। ਪਰ ਸਮੇਂ ਦਾ ਨਜ਼ਾਕਤ ਵੇਖੋ ਕਿ ਉਹ 27 ਸਾਲ ਬਾਅਦ ਦੁਬਾਰਾ ਉਸ ਲੀਹ ਤੇ ਆ ਗਈ, ਦੁਬਾਰਾ ਸੰਸਦ ਮੈਂਬਰ ਚੁਣੇ ਗਏ। ਤਾਂ ਸ਼ਾਇਦ ਇਹ ਮਾਨ ਸਾਹਿਬ ਦੀ ਇੰਨੀ ਕਾਮਯਾਬੀ ਨਹੀਂ ਆ ਕਿ ਉਹ ਬਤੌਰ ਸੰਸਦ ਉਹਨਾਂ ਨੇ ਕੱਲ ਸਹੁੰ ਚੁੱਕੀ ਆ। ਇਹ ਜਿਹੜੀ ਨਲਾਇਕੀ ਆਮ ਆਦਮੀ ਪਾਰਟੀ ਦੀ ਨਲਾਇਕੀ ਕਰਕੇ ਹੀ ਸਿਮਰਨਜੀਤ ਸਿੰਘ ਮਾਨ ਜਿੱਤੇ ਨੇ। ਬਾਕੀ ਠੀਕ ਹੈ, ਹੁਣ ਲੋਕਾਂ ਨੇ ਜਿਤਾਇਆ, ਲੋਕਾਂ ਦਾ ਫਤਵਾ ਸ਼ਾਇਦ ਬਾਕੀ ਸੰਗਰੂਰ ਦੇ ਲੋਕ ਵੀ ਸੋਚਦੇ ਹੋਣਗੇ ਕਿ ਭਵਿੱਖ ਦੇ ਵਿੱਚ ਸਾਡਾ ਨੇਤਾ ਕਿਹੋ ਜਿਹਾ। ਹਾਲਾਂਕਿ ਸੰਗਰੂਰ ਦੀ ਜਿਹੜੀ ਸੀਟ ਆ ਸੁਖਵਿੰਦਰ ਜੀ, ਬੜੀਆਂ ਤਗੜੀਆਂ ਜਿਹੜੀ ਮੁਹਿੰਮ ਆ ਸੰਗਰੂਰ ਤੋਂ ਸ਼ੁਰੂ ਹੋਈ ਆ, ਚਾਹੇ ਪਗੜੀ ਸਮਾਜ ਜੱਟਾ ਲਹਿਰ ਸੀ, ਬੜੀਆਂ ਲਹਿਰਾਂ ਦਾ ਜਨਮ ਜਿਹੜਾ ਸੰਗਰੂਰ ਹਲਕੇ ਦੇ ਮਾਲਵੇ ਤੋਂ ਉਸ ਬੈਲਟ ਤੋਂ ਹੋਇਆ, ਸੰਗਰੂਰ ਤੋਂ। ਪਰ ਸਮੇਂ ਦੀ ਯਾਨੀ ਆਪਾਂ ਕਹਿ ਸਕਦੇ ਹਾਂ ਕਿ ਸਿਮਰਨਜੀਤ ਸਿੰਘ ਮਾਨ ਨੂੰ ਸਮਝਣਾ ਬੜਾ ਔਖਾ ਹੈ। ਸਿਮਰਨਜੀਤ ਸਿੰਘ ਮਾਨ ਜਿਹੜੀ ਆ ਪਤਾ ਨਹੀਂ ਲੱਗਦਾ ਕਰ ਕੀ ਰਹੇ ਆ, ਸਮਝ ਹੀ ਨਹੀਂ ਆ ਰਹੀ ਉਹਨਾਂ ਨੂੰ। ਮੈਨੂੰ ਲੱਗਦਾ ਖੁਦ ਵੀ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਖੁਦ ਨੂੰ ਵੀ ਸਮਝ ਨਹੀਂ ਲੱਗ ਰਹੀ, ਪਤਾ ਨਹੀਂ ਲੱਗ ਰਿਹਾ ਕਿ ਕੀਤਾ ਕੀ ਜਾਵੇ। ਉਹ ਜਿਹੜੇ ਹਾਲਾਤ ਇੱਕ ਤਰੀਕੇ ਨਾਲ ਸਿਮਰਨਜੀਤ ਸਿੰਘ ਮਾਨ ਨੂੰ ਜਿਹੜਾ ਉਹ ਦੋਗਲਾ ਸਾਬਤ ਕਰ ਰਹੇ ਨੇ ਕਈ ਚੀਜ਼ਾਂ ਦੇ ਵਿੱਚ। ਸੁਖਵਿੰਦਰ ਜੀ, ਦੋਗਲਾ ਤੇ ਤੁਸੀਂ ਬਹੁਤ ਇੱਕ ਛੋਟਾ ਜਿਹਾ ਸ਼ਬਦ ਸਿਮਰਨਜੀਤ ਸਿੰਘ ਮਾਨ ਵਾਸਤੇ ਵਰਤਦੇ ਜੀ। ਉਹਨਾਂ ਵਾਸਤੇ ਸ਼ਾਇਦ ਉਹਨਾਂ ਦੀ ਸ਼ਖਸੀਅਤ ਨੂੰ ਜੇ ਪਰਿਭਾਸ਼ਿਤ ਕਰਨਾ ਹੋਵੇ ਤੇ ਕਈ ਸ਼ਬਦ ਕੋਸ਼ ਵੀ ਊੜੇ ਹੋ ਸਕਦੇ ਆ। ਉਹਨਾਂ ਦੀ ਸੋਚ ਦੇ ਪ੍ਰਤੀ ਕਿਹੋ ਜਿਹੀ ਉਹ ਗੱਲਾਂ ਕਰਦੇ ਆ। ਕਈ ਵਾਰੀ ਤਾਂ ਇਹੋ ਜਿਹੀਆਂ ਉਹ ਗੱਲਾਂ ਕਰਨਗੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਲੀਡਰ ਜਿਹੜੇ ਪੰਜਾਬ ਦੇ ਲੀਡਰ ਨੇ ਕਿ ਵਿਸ਼ਵ ਦੇ ਲੀਡਰ ਨੇ। ਉਹ ਜਿਸ ਤਰੀਕੇ ਨਾਲ ਮੈਂ ਪਹਿਲਾਂ ਗੱਲ ਕੀਤੀ ਕਿ ਤੁਸੀਂ ਗੱਲ ਕੋਈ ਵੀ ਪ੍ਰਸ਼ਨ ਕਰ ਲਓ, ਉਹਨਾਂ ਨੇ ਜਿਹੜਾ ਹਵਾਲਾ ਅਮਰੀਕਾ ਦਾ ਦੇਣਾ, ਉਧਰ ਦਾ ਦੇਣਾ। ਤਾਂ ਇਹੋ ਜਿਹੀਆਂ ਸਥਿਤੀਆਂ ਦੇ ਵਿੱਚ ਕੀ ਕੌਮ ਦੇ ਅਜਿਹੇ ਲੀਡਰ ਹੋ ਸਕਦੇ ਆ? ਲੋਕ ਕਈ ਸੁਣਨ ਚ ਆਇਆ ਕਿ ਸਿਮਰਨਜੀਤ ਸਿੰਘ ਮਾਨ ਦੀ ਜਦੋਂ ਜਿੱਤ ਹੋਈ ਤਾਂ ਲੋਕ ਕਹਿੰਦੇ ਨੇ ਇੱਕ ਖੇਤਰੀ ਪਾਰਟੀ ਦਾ ਸਿਮਰਨਜੀਤ ਸਿੰਘ ਮਾਨ ਆਗਾਜ਼ ਕਰ ਸਕਦੇ ਆ। ਜਿਸ ਤਰੀਕੇ ਨਾਲ ਮੈਦਾਨ ਬਿਲਕੁਲ ਖਾਲੀ ਆ, ਤਾਂ ਸਿਮਰਨਜੀਤ ਸਿੰਘ ਮਾਨ ਇੱਕ ਲੀਡਰ ਬਣ ਕੇ ਖੇਤਰੀ ਪਾਰਟੀ ਦਾ ਨਿਰਮਾਣ ਕਰਨਗੇ। ਤੇ ਸੁਖਵਿੰਦਰ ਜੀ, ਜਦੋਂ ਇਹੋ ਜਿਹੇ ਬੰਦੇ ਇਹੋ ਜਿਹੇ ਬੋਲ ਬੋਲਣਗੇ, ਮੇਰਾ ਇੱਕ ਮਿੱਤਰ ਕਹਿ ਰਿਹਾ, ਉਹਨੇ ਮੈਨੂੰ ਦੱਸਿਆ ਕਿ ਤਾਮਿਲਨਾਡੂ ਚ ਹੋ ਗਿਆ, ਮਦੁਰਈ ਭਾਰਤ ਦੇ ਦੂਜੇ ਕੋਨੇ ਤੇ ਆ, ਤੇ ਕਹਿੰਦੇ ਉੱਥੇ ਇੱਕ ਚੌਂਕ ਚ ਭਗਤ ਸਿੰਘ ਦਾ ਬੁੱਤ ਲੱਗਾ। ਤੇ ਕਹਿੰਦਾ ਮੈਨੂੰ ਜਾ ਕੇ ਜਦੋਂ ਭਗਤ ਸਿੰਘ ਦਾ ਬੁੱਤ ਮੈਂ ਮਦੁਰਈ ਦੇ ਇੱਕ ਚੌਂਕ ਚ ਦੇਖਿਆ, ਤੇ ਕਹਿੰਦੇ ਮੈਨੂੰ ਫਖਰ ਹੋਇਆ ਪੰਜਾਬੀ ਹੋਣ ਤੇ ਕਿ ਸਾਡਾ ਇੱਕ ਨਾਇਕ ਕਿੱਥੋਂ ਤੱਕ ਲੋਕ ਜਾਣਦੇ ਆ। ਤੇ ਕਹਿੰਦਾ ਜਿਸ ਤਰੀਕੇ ਨਾਲ ਬੀਤੇ ਦਿਨਾਂ ਚ ਉਸ ਵਿਚਾਰੇ ਦਾ ਜਲੂਸ ਸਿਮਰਨਜੀਤ ਸਿੰਘ ਮਾਨ ਨੇ ਕੱਢ ਦਿੱਤਾ, ਆਪਣੇ ਲੋਕਾਂ ਨੇ ਕੱਢ ਦਿੱਤਾ, ਤੇ ਕਹਿੰਦਾ ਦੁਰਲਾਹਨਤਾ ਫਿਰ ਇਹੋ ਜਿਹੀ ਸਿਆਸਤ ਕਰਨ ਵਾਲਿਆਂ ਤੇ ਇਹੋ ਜਿਹੇ ਲੀਡਰਾਂ ਤੇ ਕਿ ਜਿਹੜੇ ਆਪਣੇ ਉਹਨਾਂ ਨਾਇਕਾਂ ਨੂੰ ਹੀ ਗੱਦਾਰ ਠਹਿਰਾਉਂਦੇ। ਤੇ ਕੱਲ ਵੀ ਉਹਨੇ ਇਹ ਗੱਲ ਕਹੀ ਹੈ ਕਿ ਹਾਂਜੀ ਮੈਂ ਭਗਤ ਸਿੰਘ ਨੂੰ ਅਜੇ ਵੀ ਆਪਣੇ ਵਿਚਾਰ ਤੇ ਕਾਇਮ ਹਾਂ। ਸੋ ਮਾਨ ਸਾਹਿਬ ਦੇ ਸੰਬੰਧੀ ਜ਼ਿਆਦਾ ਚਰਚਾ ਵੀ ਨਾ ਹੀ ਕਰੀਏ ਚੰਗੀ ਗੱਲ ਹੈ। ਆਪਾਂ ਹੁਣ ਅਗਲੀ ਖਬਰ ਅਨਿਕ ਸਾਹਿਬ ਲੈ ਲਈਏ। ਜੀ ਅਨਿਕ ਸਾਹਿਬ, ਅਗਲੀ ਖਬਰ ਵੀ ਮੈਂ ਚਾਹੂੰਗਾ ਕਿ ਆਪਾਂ 2-3 ਮਿੰਟ ਦੇ ਵਿੱਚ ਹੀ, ਜ਼ਿਆਦਾ ਕਿਉਂਕਿ ਪ੍ਰੋਗਰਾਮ ਕਾਫੀ ਲੰਬਾ ਹੁੰਦਾ ਜਾ ਰਿਹਾ ਔਰ ਮੈਂ ਚਾਹੂੰਗਾ ਕਿ ਛੇਤੀ ਆਪਾਂ ਕਰੀਏ। ਤਾਂ ਜਿਸ ਤਰੀਕੇ ਦੇ ਨਾਲ ਕੱਲ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬਗਾਵਤ ਉੱਠੀ, ਉਧਰੋਂ ਪਤਾ ਲੱਗਿਆ ਕਿ ਝੁੰਦਾ ਕਮੇਟੀ ਨੇ ਵੀ ਆਪਾਂ ਵੀ ਚਰਚਾ ਕੀਤੀ ਸੀਗੀ, ਸੁਖਬੀਰ ਬਾਦਲ ਨੂੰ ਪ੍ਰਧਾਨਗੀ ਛੱਡਣ ਦਾ ਸਲਾਹ ਦਿੱਤੀ ਸੀਗੀ। ਉਧਰ ਮਨਪ੍ਰੀਤ ਸਿੰਘ ਅਟਿਆਲੀ ਜਿਹੜੇ ਕਿ ਇੱਕੋ ਇੱਕ 69 ਵਿਧਾਇਕਾਂ ਦੇ ਵਿੱਚੋਂ, ਮਾਲਵੇ ਦੇ ਵਿਧਾਇਕਾਂ ਦੇ ਵਿੱਚੋਂ ਜਿਹੜੇ ਜਿੱਤ ਕੇ ਆਏ, ਸੀਨੀਅਰ ਵੀ ਉਹੀ ਨੇ, ਵਿਧਾਨ ਸਭਾ ਦੇ ਅੰਦਰ ਲੀਡਰ ਵੀ ਉਹੀ ਨੇ ਇਹਨਾਂ ਦੇ ਵਿਧਾਇਕ ਦਲ ਦੇ, ਅਕਾਲੀ ਦਲ ਦੇ। ਤਾਂ ਉਸ ਬੰਦੇ ਦੇ ਵੱਲੋਂ ਵੀ ਕੱਲ ਜਿਹੜੀ ਇੱਕ ਵਧੀਆ ਤਰੀਕੇ ਦੇ ਨਾਲ
ਬਾਈਕਾਟ ਕੀਤਾ ਗਿਆ। ਰਾਸ਼ਟਰਪਤੀ ਚੋਣ ਦੇ ਲਈ ਜਿਹੜੀ ਉਹਨੇ ਵੋਟ ਪਾਉਣੀ ਸੀ ਉਹ ਵੋਟ ਨਹੀਂ ਪਾਈ। ਜਿਹੜਾ ਉਹਦੇ ਵੱਲੋਂ ਤਰਕ ਦਿੱਤਾ ਗਿਆ, ਖਾਸ ਕਰਕੇ ਵਿਰੋਧੀਆਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ, ਆਮ ਲੋਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ, ਔਰ ਨਾਲ ਹੀ ਨਾਲ ਪਸੰਦ ਜਿਹੜਾ ਉਹਨਾਂ ਦੀ ਪਾਰਟੀ ਦੇ ਕੁਝ ਵੱਡੇ ਲੀਡਰਾਂ ਦੇ ਵੱਲੋਂ ਵੀ ਕੀਤਾ ਜਾ ਰਿਹਾ। ਭਾਵ ਕਿ ਹੁਣ ਲੱਗ ਰਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਛੱਡਣੀ ਪਊਗੀ, ਔਰ ਜੇ ਛੱਡਣੀ ਪਊਗੀ ਤਾਂ ਕੀ ਲੱਗਦਾ ਕਿ ਕਿਸ ਨੂੰ ਜਿਹੜਾ ਮੌਕਾ ਉਹ ਮਿਲ ਸਕਦਾ ਹੈ ਪ੍ਰਧਾਨਗੀ ਦਾ। ਬਹੁਤੇ ਲੋਕ ਇਹ ਵੀ ਸੋਚਦੇ ਆ ਕਿ ਮਨਪ੍ਰੀਤ ਸਿੰਘ ਇਯਾਲੀ ਨੂੰ ਹੀ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਤਾਂ ਕੀ ਮਨਪ੍ਰੀਤ ਸਿੰਘ ਇਯਾਲੀ ਵੀ ਜੇ ਸੁਖਬੀਰ ਪ੍ਰਧਾਨ ਵੀ ਛੱਡਦੇ ਨੇ ਤਾਂ ਕੀ ਮਨਪ੍ਰੀਤ ਇਯਾਲੀ ਦਾ ਵੀ ਨੰਬਰ ਪ੍ਰਧਾਨ ਦੇ ਤੌਰ ਤੇ ਲੱਗ ਸਕਦਾ, ਜਾਂ ਫਿਰ ਬਾਦਲ ਆਪਣਾ ਉਹੋ ਜਿਹਾ ਹੱਥ ਟੋਕਾ ਬਣਾਉਣਗੇ ਜਿਹੜਾ ਉਹਨਾਂ ਦੇ ਕਹਿਣ ਤੇ ਚੱਲੇ? ਸੁਖਵਿੰਦਰ ਜੀ, ਪਹਿਲੀ ਤਾਂ ਗੱਲ ਇਹ ਆ ਕਿ ਮਨਪ੍ਰੀਤ ਇਯਾਲੀ ਨੇ ਜਿਹੜਾ ਇੱਕ ਕੱਲ ਐਲਾਨ ਕੀਤਾ, ਇੱਕ ਐਲਾਨ ਕਰਕੇ ਹੀ ਉਹ ਲੋਕਾਂ ਦੇ ਵਿੱਚ ਉਸ ਤਰੀਕੇ ਨਾਲ ਛਾ ਗਿਆ ਕਿ ਲੋਕਾਂ ਦੀ ਅਕਾਲੀ ਦਲ ਦੇ ਪ੍ਰਤੀ ਦੁਬਾਰਾ ਸੋਚ ਜਿਹੜੀ ਆ ਬਦਲੀ ਆ ਮਨਪ੍ਰੀਤ ਇਯਾਲੀ ਦੇ ਕੇਵਲ ਇਸ ਐਲਾਨ ਦੇ ਨਾਲ ਕਿ ਹਾਂ ਭਈ ਮੈਂ ਵੋਟ ਨਹੀਂ ਪਾਉਣੀ। ਹਾਲਾਂਕਿ ਉਸ ਤੇ ਵੋਟ ਪਾਉਣ ਜਾਂ ਨਾ ਪਾਉਣ ਦੇ ਨਾਲ ਰਾਸ਼ਟਰਪਤੀ ਦੀ ਚੋਣ 'ਚ ਕੋਈ ਫਰਕ ਨਹੀਂ ਸੀ ਪੈਣਾ। ਦ੍ਰੋਪਦੀ ਮੁਰਮੂ ਦੀ ਜਿਹੜੀ ਜਿੱਤ ਆ ਉਹ ਤੈਅ ਹੈਗੀ ਆ। ਪਰ ਜਿਸ ਤਰੀਕੇ ਨਾਲ ਉਹਨਾਂ ਨੇ ਐਲਾਨ ਕੀਤਾ ਔਰ ਆਪਣੀ ਪਾਰਟੀ ਨੂੰ ਕੰਡੈਮ ਕੀਤਾ, ਇਹ ਮੰਨਣਾ ਪਏਗਾ ਕਿ ਹਾਂ ਵੀ ਕੁਝ ਨੇਤਾ ਅੱਜ ਵੀ ਅਕਾਲੀ ਦਲ 'ਚ ਹਨ ਜਿਹੜੇ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਜਿਹੜੀ ਗੱਲ ਕਰਦੇ ਨੇ, ਸਾਰੇ ਹੱਥ ਠੋਕਾ ਜਿਹੜੇ ਨਹੀਂ ਹਨ। ਤਾਂ ਉਹਨਾਂ ਨੇ ਜਿਸ ਤਰੀਕੇ ਨਾਲ ਪਾਰਟੀ ਦੀਆਂ ਨੀਤੀਆਂ ਦੀ ਗੱਲ ਕੀਤੀ, ਪ੍ਰਧਾਨਗੀ ਬਦਲਣ ਦੀ ਗੱਲ ਕੀਤੀ, ਤਾਂ ਕੁਦਰਤੀ ਤੌਰ ਤੇ ਇਸ ਦਾ ਪ੍ਰਭਾਵ ਜਿਹੜਾ ਸ਼੍ਰੋਮਣੀ ਅਕਾਲੀ ਦਲ 'ਚ ਵੇਖਣ ਨੂੰ ਜ਼ਰੂਰ ਮਿਲੇਗਾ ਔਰ ਜਲਦ ਵੇਖਣ ਨੂੰ ਮਿਲੇਗਾ। ਹੁਣ ਪ੍ਰਸ਼ਨ ਉੱਠਦਾ ਕਿ ਸੁਖਬੀਰ ਸਿੰਘ ਬਾਦਲ ਦਾ, ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡਣਗੇ ਕਿ ਨਹੀਂ ਛੱਡਣਗੇ? ਸੁਖਿੰਦਰ ਜੀ, ਹੁਣ ਉਹ ਪ੍ਰਧਾਨਗੀ ਛੱਡਣ ਜਾਂ ਨਾ ਛੱਡਣ, ਪਰ ਜਿਸ ਤਰੀਕੇ ਨਾਲ ਕੰਧ ਤੇ ਲੱਗਾ ਸ਼ੀਸ਼ਾ ਉਹਨਾਂ ਦਾ ਹੁਣ ਸੱਚ ਉਹਨਾਂ ਨੂੰ ਦਰਸਾਉਣ ਲੱਗ ਪਿਆ। ਮੇਰਾ ਨਹੀਂ ਖਿਆਲ ਕਿ ਜਿਹੜੇ ਅਕਾਲੀ ਦਲ ਦੇ ਹੁਣ ਨੇਤਾ ਨੇ ਉਹ ਸੁਖਬੀਰ ਬਾਦਲ ਦੇ ਪਿੱਛੇ ਜਾਣ, ਕਿਉਂਕਿ ਹੁਣ ਅਜੇ ਤੱਕ ਕਿਸੇ ਵੀ ਵਿਅਕਤੀ ਦੀ ਅਕਾਲੀ ਦਲ 'ਚ ਇੰਨੀ ਹਿੰਮਤ ਨਹੀਂ ਸੀ ਹੈਗੀ ਕਿ ਬਾਦਲ ਪਰਿਵਾਰ ਦੇ ਸਾਹਮਣੇ ਖਲੋ ਸਕੇ ਜਾਂ ਬਾਦਲ ਪਰਿਵਾਰ ਦੀਆਂ ਨੀਤੀਆਂ ਦੀ ਆਲੋਚਨਾ ਕਰ ਸਕੇ। ਤਾਂ ਹੁਣ ਉਹ MLA ਜਿਹੜਾ ਵਿਧਾਨ ਸਭਾ ਦੇ ਵਿੱਚ ਅਕਾਲੀ ਦਲ ਦਾ ਲੀਡਰ ਵੀ ਆ, ਤਾਂ ਉਹਨੇ ਜਿੱਤਿਆ ਵੀ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਕਿ ਇੰਨੀ ਹਨੇਰੀ ਦੇ ਵਿੱਚ ਉਹ ਬੰਦਾ ਜਿੱਤ ਕੇ ਆਇਆ 69 ਸੀਟਾਂ ਦੇ ਵਿੱਚੋਂ ਮਾਲਵੇ ਦੀ ਸੀਟ ਤੋਂ, ਤਾਂ ਇੱਕ ਇਨਕਲਾਬ ਉਹ ਲੈ ਕੇ ਆਇਆ ਅਕਾਲੀ ਦਲ ਦੇ ਵਿੱਚ। ਤੇ ਕੁਦਰਤੀ ਤੌਰ ਤੇ ਆਉਂਦਿਆਂ ਦਿਨਾਂ ਦੇ ਵਿੱਚ ਅਕਾਲੀ ਦਲ 'ਚ ਧੜੇਬੰਦੀ ਜਿਹੜੀ ਆ ਵੇਖਣ ਨੂੰ ਮਿਲੇਗੀ। ਜਿਹੜੇ ਕੁਝ ਲੋਕ ਜਿਹੜੇ ਵਾਕਿਆ ਹੀ ਅਕਾਲੀ ਦਲ ਦੇ ਹਮਦਰਦ ਹੋਣਗੇ, ਅਕਾਲੀ ਦਲ ਦੀ ਨੀਤੀ ਦੇ ਸਮਰਥਕ ਹੋਣਗੇ, ਉਹ ਮਨਪ੍ਰੀਤ ਇਯਾਲੀ ਦੇ ਮਗਰ ਖਲੋਤੇ ਨਜ਼ਰ ਆ ਸਕਦੇ, ਇੱਕ ਧੜੇਬੰਦੀ ਬਣ ਸਕਦੀ ਹੈ। ਤਾਂ ਉਹੋ ਜਿਹੀਆਂ ਸਥਿਤੀਆਂ ਦੇ ਵਿੱਚ ਜ਼ਰੂਰੀ ਆ ਕਿ ਪਾਰਟੀ ਦੇ ਅੰਦਰ ਇੱਕ ਵਿਰੋਧ ਹੋਵੇ, ਤਾਂ ਜਿਹੜੇ ਪਾਰਟੀ ਦੇ ਵਰਕਰ ਨੇ, ਪਾਰਟੀ ਦੇ ਸਮਰਥਕ ਨੇ, ਪਾਰਟੀ ਦੇ ਨੇਤਾ ਨੇ, ਉਹ ਮਨਪ੍ਰੀਤ ਇਯਾਲੀ ਨੂੰ ਪ੍ਰਧਾਨ ਬਣਾਉਣ ਤੇ ਜ਼ੋਰ ਪਾਉਣ ਕਿ ਇਸ ਨੂੰ ਪ੍ਰਧਾਨ ਬਣਾਇਆ ਜਾਣਾ ਚਾਹੀਦਾ। ਤਾਂ ਵਾਕਿਆ ਹੀ ਉਸ ਦੀ ਇਹੋ ਹੀ ਇੱਕੋ ਗਤੀਵਿਧੀ ਨੇ, ਇੱਕੋ ਹੀ ਕਾਰਵਾਈ ਨੇ, ਇੱਕੋ ਹੀ ਐਲਾਨ ਨੇ ਉਸ ਨੂੰ ਅਕਾਲੀ ਦਲ ਵਿੱਚ ਤੇ ਪੰਜਾਬ ਦੇ ਵਿੱਚ ਇੱਕ ਹੀਰੋ ਬਣਾਤਾ। ਇਹੋ ਜਿਹਾ ਹੀਰੋ ਬਣਾਇਆ, ਇਹੋ ਜਿਹੀ ਸਿਫਤ ਉਹਦੀ ਹੋਈ ਇੱਕ ਦੋ ਦਿਨ ਕੱਲ ਤੋਂ ਲੈ ਕੇ ਅੱਜ ਤੱਕ, ਜਿਹੜੀ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਦੇ ਕਦੇ ਵੀ ਹੱਕ ਦੇ ਵਿੱਚ ਨਜ਼ਰ ਜਿਹੜੀ ਨਹੀਂ ਆਈ। ਇਹੋ ਜਿਹੀ ਲਹਿਰ ਜਿਹੜੀ ਇੱਕ ਦਿਨ 'ਚ ਪੈਦਾ ਜਿਹੜੀ ਮਨਪ੍ਰੀਤ ਇਯਾਲੀ ਦੇ ਸੰਦਰਭ 'ਚ ਹੋਈ ਹੈ। ਤਾਂ ਉਹੋ ਜਿਹੀ ਸਥਿਤੀਆਂ 'ਚ ਅਕਾਲੀ ਦਲ ਨੂੰ ਚਾਹੀਦਾ ਕਿ ਜੇਕਰ ਅਕਾਲੀ ਦਲ ਬਚਾਉਣਾ ਤਾਂ ਮਨਪ੍ਰੀਤ ਇਯਾਲੀ ਵਰਗੇ ਨੌਜਵਾਨ ਨੂੰ ਅੱਗੇ ਜਿਹੜਾ ਲਿਆਂਦਾ ਜਾਵੇ। ਖਾਸ ਤੌਰ ਤੇ ਜਿਸ ਤਰੀਕੇ ਨਾਲ ਉਸਦੀ ਆਪਣੇ ਹਲਕੇ ਦੇ ਵਿੱਚ ਲੋਕ ਉਸਦੇ ਕੀਤੇ ਕੰਮਾਂ ਦੀ ਸ਼ਲਾਘਾ ਕਰਦੇ ਨੇ। ਵਿਧਾਨ ਸਭਾ 'ਚ ਜਿਸ ਤਰੀਕੇ ਨਾਲ ਉਹਨੇ ਲੈਕਚਰ ਦਿੱਤਾ, ਆਪਣਾ ਪੱਖ ਰੱਖਿਆ, ਔਰ ਸੱਤਾਧਾਰੀ ਧਿਰ ਦੇ ਮੰਤਰੀਆਂ ਨੇ, ਈਵਨ ਕਿ ਮੁੱਖ ਮੰਤਰੀ ਨੇ ਵੀ ਉਹਨਾਂ ਦੀ ਜਿਹੜੀ ਸਿਫਤ ਕੀਤੀ, ਕੁਦਰਤੀ ਤੌਰ ਤੇ ਪਤਾ ਲੱਗਦਾ ਕਿ ਹਾਂ ਕਿ ਕੋਈ ਬੰਦਾ ਦਲੀਲ ਨਾਲ ਗੱਲ ਕਰਨ ਵਾਲਾ ਹੈਗਾ। ਤੇ ਜੇਕਰ ਹੁਣ ਉਸਨੇ ਆਪਣੀ ਪਾਰਟੀ ਨੂੰ ਨਿਸ਼ਾਨੇ ਤੇ ਲਿਆ, ਪਾਰਟੀ ਦੀਆਂ ਨੀਤੀਆਂ ਨੂੰ ਨਿਸ਼ਾਨੇ ਤੇ ਲਿਆ, ਤੇ ਕੁਦਰਤੀ ਤੌਰ ਤੇ ਇਹ ਚਾਹੀਦਾ ਹੈਗਾ ਸੁਖਬੀਰ ਸਿੰਘ ਬਾਦਲ ਨੂੰ ਕਿ ਉਹ ਆਪ ਹੀ ਪਿੱਛੇ ਹਟ ਜਾਣ, ਤਾਂ ਇਸ ਪਰਿਵਾਰ ਨੂੰ ਮਨਪ੍ਰੀਤ ਇਯਾਲੀ ਨੂੰ ਅੱਗੇ ਆਉਣ ਦੇਣ। ਤੇ ਜੇਕਰ ਇਹੋ ਕੁਝ ਜਿਸ ਤਰੀਕੇ ਨਾਲ ਬੀਤੇ ਦੌਰ 'ਚ ਅਕਾਲੀ ਦਲ ਕਰਦਾ ਰਿਹਾ, ਜਿਹੜਾ ਵੀ ਬੋਲਿਆ ਉਸ ਨੂੰ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਗਿਆ। ਪਰ ਹਾਲਾਂਕਿ ਹੁਣ ਸੁਖਬੀਰ ਸਿੰਘ ਬਾਦਲ ਦੀ ਉਹ ਸਥਿਤੀ ਨਹੀਂ ਹੈਗੀ ਕਿ ਮਨਪ੍ਰੀਤ ਇਯਾਲੀ ਦੇ ਖਿਲਾਫ ਕੋਈ ਕਾਰਵਾਈ ਕਰ ਸਕਣ, ਕਿਉਂਕਿ ਲੋਕਾਂ ਦਾ ਔਰ ਅਕਾਲੀ ਦਲ ਦੇ ਸਮਰਥਕਾਂ ਦਾ, ਵੋਟਰਾਂ ਦਾ ਇਸ ਵੇਲੇ ਮਨਪ੍ਰੀਤ ਇਯਾਲੀ ਦੇ ਨਾਲ ਇੱਕ ਭਾਰੀ ਸਮਰਥਨ ਹੈ। ਪਾਰਟੀ ਦੇ ਵਿੱਚੋਂ ਜਿਸ ਤਰੀਕੇ ਨਾਲ ਆਵਾਜ਼ ਉੱਠ ਰਹੀ ਹੈ ਸੁਖਬੀਰ ਸਿੰਘ ਬਾਦਲ ਨੂੰ ਬਦਲਣ ਦੀ, ਹੋ ਸਕਦਾ ਕਿ ਆਉਂਦਿਆਂ ਦਿਨਾਂ 'ਚ ਮਨਪ੍ਰੀਤ ਇਯਾਲੀ ਦੇ ਨਾਮ ਤੇ ਪ੍ਰਧਾਨਗੀ ਜਿਹੜੀ ਹੈ ਉਸ ਨੂੰ ਦਿੱਤੀ ਜਾਵੇ, ਉਸ ਦੇ ਨਾਮ ਤੇ ਮੋਹਰ ਲੱਗ ਸਕੇ। ਜੀ ਬਿਲਕੁਲ। ਤਾਂ ਹਣਕੀ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਆਏ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।